ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ। ਹਾਂਜੀ, ਕਿਵੇਂ ਹੋ ਤੁਸੀਂ ਸਾਰੇ? ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਰਾਜੀ ETT 5994 ਸੰਬੰਧੀ SST ਦੀ ਕਲਾਸ ਲੈ ਕੇ, ਠੀਕ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਟੌਪਿਕ ਕਰਾਂਗੇ ਉਹ ਕਰਾਂਗੇ ਜੀ ਭਾਰਤ ਇੱਕ ਜਾਣ ਪਛਾਣ, ਠੀਕ ਹੈ। SST ਦੇ ਵਿੱਚ 4 ਪਾਰਟ ਨੇ ਜੀ। ਜੋਗ੍ਰਾਫੀ ਹੋ ਗਈ ਆਪਣੇ ਕੋਲ, ਠੀਕ ਹੈ। ਹਿਸਟਰੀ, ਪੋਲੀਟੀ ਪਲੱਸ ਇਕਨੋਮਿਕਸ, ਠੀਕ ਹੈ। ਹਿਸਟਰੀ ਤੇ ਪੋਲੀਟੀ ਆਪਣੀ ਕਵਰ ਹੋ ਚੁੱਕੀ ਹੈ। ਹੁਣ ਆਪਾਂ ਜੋਗ੍ਰਾਫੀ ਜਿਹੜੀ ਹੈ ਸਟਾਰਟ ਕਰਨ ਲੱਗੇ ਹਾਂ। ਜੋਗ੍ਰਾਫੀ ਦਾ ਵੈਰੀ ਫਸਟ ਚੈਪਟਰ ਹੈ ਜੀ ਭਾਰਤ ਇੱਕ ਜਾਣ ਪਛਾਣ। ਓਕੇ, ਤੁਹਾਨੂੰ ਪਤਾ ਹੋਊਗਾ ਕਿ SST ਜਿਹੜੀ ਆ 15 ਮਾਰਕਸ ਦੀ ਆਏਗੀ ਐਗਜ਼ਾਮ ਦੇ ਵਿੱਚ, ਅਤੇ 15 ਦੇ ਵਿੱਚੋਂ 3 ਤੋਂ 4 ਕੁਐਸਚਨ ਜਿਹੜੇ ਨੇ ਜੋਗ੍ਰਾਫੀ ਦੇ ਵਿੱਚੋਂ ਹੀ ਬਣਦੇ ਨੇ। ਤਾਂ ਇਸ ਕਰਕੇ ਜ਼ਰੂਰ ਸਾਰੀ ਜੋਗ੍ਰਾਫੀ ਨੂੰ ਪ੍ਰੋਪਰ ਅਟੈਂਡ ਕਰਿਓ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਪੂਰੇ ਚੈਪਟਰ ਦੇ ਨਾਲ ਯਾਨੀ ਕਿ ਪੂਰੀ ਥਿਊਰੀ ਦੇ ਨਾਲ ਬਾਅਦ ਦੇ ਵਿੱਚ ਇਸਦੇ MCQ ਵੀ ਸੋਲਵ ਕਰਾਂਗੇ, ਠੀਕ ਹੈ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡਾ ਇਹ ਜਿਹੜਾ ਚੈਪਟਰ ਹੈ ਕਿੰਨੇ ਕੁ ਵਧੀਆ ਤਰੀਕੇ ਨਾਲ ਕਵਰ ਹੋ ਚੁੱਕਿਆ ਹੈ। ਓਕੇ, ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਜੇ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖਿਆ, ਜਿਵੇਂ ਕਿ ਹਿਸਟਰੀ ਜਾਂ ਪੰਜਾਬੀ ਦੀਆਂ ਹੋ ਗਈਆਂ, ਤਾਂ ਉਹਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ, ਤੁਸੀਂ ਜਾ ਕੇ ਜ਼ਰੂਰ ਜਿਹੜਾ ਹੈ ਚੈੱਕਆਊਟ ਕਰ ਸਕਦੇ ਹੋ। ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ। ਇਸ ਚੈਪਟਰ ਦੇ ਵਿੱਚ ਦੇਖੋ ਮੇਨਲੀ ਜਿਹੜਾ ਤੁਹਾਨੂੰ ਜਾਣਨ ਨੂੰ ਮਿਲੂਗਾ ਉਹ ਜਾਣਨ ਨੂੰ ਮਿਲੂਗਾ ਜੀ ਭਾਰਤ ਬਾਰੇ, ਠੀਕ ਹੈ। ਭਾਰਤ ਕੀ ਹੈ, ਕਿਵੇਂ ਬਣਿਆ ਏ, ਇਹਦੀ ਜੋਗ੍ਰਾਫੀ ਕੀ ਹੈ, ਠੀਕ ਹੈ, ਕਿਸ ਤਰ੍ਹਾਂ ਦਾ ਇਹ ਦਿਖਦਾ ਏ, ਕਿਹੜੇ ਹਿੱਸੇ ਇਸ ਦੇ ਅੰਦਰ ਆਉਂਦੇ ਨੇ, ਮਤਲਬ ਇਹ ਪੂਰੀ ਡਿਟੇਲ ਆਪਾਂ ਨੂੰ ਇੰਡੀਆ ਦੇ ਰਿਲੇਟਿਡ ਇਸੇ ਚੈਪਟਰ ਦੇ ਵਿੱਚ ਹੀ ਦੇਖਣ ਨੂੰ ਮਿਲੇਗੀ। ਓਕੇ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ। ਪ੍ਰੀਵੀਅਸ ਈਅਰ ਕੁਐਸਚਨ ਪੇਪਰ ਜੇਕਰ ਤੁਸੀਂ ਦੇਖੋ ਤਾਂ ਉਸ ਦੇ ਵਿੱਚ ਵੀ 2 ਤੋਂ 3 ਕੁਐਸਚਨ ਜਿਹੜੇ ਨੇ ਆਏ ਹੋਏ ਨੇ। ਪ੍ਰੀਵੀਅਸ ਈਅਰ ਕੁਐਸਚਨ ਵੀ ਮੈਂ ਜਿਹੜੀ ਸੋਲਵ ਕਰਾ ਚੁੱਕੀ ਹਾਂ। ਤਾਂ ਸਭ ਤੋਂ ਪਹਿਲਾਂ ਹੈ ਜੀ ਕਿ ਗਲੋਬ ਨੂੰ ਜੇਕਰ ਆਪਾਂ ਧਿਆਨ ਨਾਲ ਦੇਖੀਏ ਤਾਂ ਹਿੰਦ ਮਹਾਸਾਗਰ ਵਿੱਚ ਜ਼ਮੀਨ ਦਾ ਇੱਕ ਤ੍ਰਿਭੁਜ ਆਕਾਰ ਦਾ ਵਿਸ਼ਾਲ ਟੁਕੜਾ ਦਿਖਾਈ ਦਿੰਦਾ ਹੈ। ਕਿਹੜੇ ਆਕਾਰ ਦਾ? ਤ੍ਰਿਭੁਜ। ਸਭ ਤੋਂ ਪਹਿਲਾਂ ਕੁਐਸਚਨ ਬਣਦਾ ਹੈ ਕਿ ਭਾਰਤ ਦੀ ਜਿਹੜੀ ਆਕ੍ਰਿਤੀ ਹੈ ਕਿਸ ਪ੍ਰਕਾਰ ਦੀ ਹੈ, ਤਾਂ ਕੁਐਸਚਨ ਤ੍ਰਿਭੁਜ ਵਰਗੀ ਹੈ, ਠੀਕ ਹੈ, ਯਾਨੀ ਕਿ ਤਿਕੋਣ ਵਰਗੀ ਹੈ, ਤ੍ਰਿਭੁਜ ਵਰਗੀ ਜਿਹੜੀ ਆ ਭਾਰਤ ਦੀ ਉਹ ਸਥਿਤੀ ਹੈ ਇਸ ਸਮੇਂ, ਠੀਕ ਹੈ। ਆਕਾਰ ਦੀ ਜੇਕਰ ਗੱਲ ਕਰੀਏ, ਹਿੰਦ ਮਹਾਸਾਗਰ ਨੂੰ ਆਪਣਾ ਨਾਂ ਦੇਣ ਵਾਲਾ ਭੂ ਭਾਗ ਸਾਡਾ ਆਪਣਾ ਦੇਸ਼ ਭਾਰਤ ਹੀ ਹੈ। 3 ਪਾਸਿਆਂ ਤੋਂ ਹਿੰਦ ਮਹਾਸਾਗਰ ਨਾਲ ਘਿਰਿਆ ਹੋਇਆ ਹੈ ਅਤੇ ਉੱਤਰ ਵਿੱਚ ਹਿਮਾਲਿਆ ਦੀਆਂ ਚੋਟੀਆਂ ਨੇ, ਠੀਕ ਹੈ। ਯਾਨੀ ਕਿ ਜਿਵੇਂ ਮੰਨ ਲਓ ਇਹ ਦੇਖੋ, ਇਹ 3 ਪਾਸੇ ਨੇ, 1 2 3, ਇਹ ਤਿੰਨੋਂ ਪਾਸਿਓਂ ਜਿਹੜਾ ਹਿੰਦ ਮਹਾਸਾਗਰ ਨਾਲ ਘਿਰਿਆ ਹੋਇਆ, ਅਤੇ ਜਿਹੜਾ ਇਹ ਉੱਤਰੀ ਭਾਗ ਹੈ ਇੱਥੇ ਜਿਹੜਾ ਹਿਮਾਲਿਆ ਹੈ, ਠੀਕ ਹੈ। ਬਾਕੀ ਮੈਂ ਤੁਹਾਨੂੰ ਮੈਪ ਦੇ ਥਰੂ ਵੀ ਤੁਹਾਨੂੰ ਜਿਹੜਾ ਤਰੀਕੇ ਨਾਲ ਸਮਝਾਵਾਂਗੀ। ਜਨਸੰਖਿਆ ਦੇ ਆਧਾਰ 'ਤੇ ਗੱਲ ਕਰੀਏ, ਠੀਕ ਹੈ, ਜਨਸੰਖਿਆ ਦੇ ਆਧਾਰ 'ਤੇ ਸੰਸਾਰ ਵਿੱਚ ਚੀਨ ਤੋਂ ਬਾਅਦ ਦੂਜਾ ਅਤੇ ਖੇਤਰਫਲ ਪੱਖੋਂ 7ਵਾਂ ਸਥਾਨ ਰੱਖਦਾ ਹੈ। ਵੈਰੀ ਇੰਪੋਰਟੈਂਟ ਕੁਐਸਚਨ। ਦੇਖੋ ਪੋਪੂਲੇਸ਼ਨ ਦੇ ਅਕੋਰਡਿੰਗ ਜੇਕਰ ਆਪਾਂ ਗੱਲ ਕਰੀਏ, ਜਨਸੰਖਿਆ ਜਾਂ ਵਸੋਂ ਦੇ ਆਧਾਰ 'ਤੇ ਜਿਹੜਾ ਭਾਰਤ ਹੈ ਉਹ ਪੂਰੇ ਵਰਲਡ ਦੇ ਵਿੱਚ ਜਿਹੜਾ ਦੂਜੇ ਸਥਾਨ 'ਤੇ ਹੈ। ਪਹਿਲੇ 'ਤੇ ਕਿਹੜਾ ਹੈ? ਪਹਿਲੇ 'ਤੇ ਹੈਗਾ ਜੀ ਚਾਈਨਾ ਯਾਨੀ ਕਿ ਚੀਨ, ਅਤੇ ਦੂਜੇ 'ਤੇ ਹੈਗਾ ਆਪਣਾ ਇੰਡੀਆ। ਪੋਪੂਲੇਸ਼ਨ ਦੇ ਅਕੋਰਡਿੰਗ ਪੂਰੇ ਵਰਲਡ ਲੈਵਲ 'ਤੇ, ਠੀਕ ਹੈ। ਅਤੇ ਜੇ ਗੱਲ ਕਰੀਏ ਖੇਤਰਫਲ ਪੱਖੋਂ ਭਾਰਤ ਕਿਹੜੇ ਸਥਾਨ 'ਤੇ ਹੈ, ਤਾਂ ਖੇਤਰਫਲ ਪੱਖੋਂ ਭਾਰਤ ਜਿਹੜਾ 7ਵੇਂ ਸਥਾਨ 'ਤੇ ਹੈ। ਕਿੰਨਵੇਂ ਸਥਾਨ 'ਤੇ ਹੈ? 7ਵੇਂ ਸਥਾਨ 'ਤੇ ਹੈ। ਕਨਫਿਊਜ਼ ਨਹੀਂ ਹੋਣਾ ਹੈਗਾ, ਠੀਕ ਹੈ, ਬਿਲਕੁਲ ਤਰੀਕੇ ਨਾਲ ਸਮਝ ਲਿਓ। ਖੇਤਰਫਲ ਪੱਖੋਂ ਯਾਨੀ ਕਿ ਏਰੀਆ ਦੇ ਅਕੋਰਡਿੰਗ ਭਾਰਤ ਜਿਹੜਾ 7ਵੇਂ ਸਥਾਨ 'ਤੇ ਹੈ, ਅਤੇ ਜਨਸੰਖਿਆ ਦੇ ਆਧਾਰ 'ਤੇ ਜਿਹੜਾ ਭਾਰਤ ਹੈ ਦੂਜੇ ਸਥਾਨ 'ਤੇ ਹੈ। ਕਲੀਅਰ? ਖੇਤਰਫਲ ਦੀ ਦ੍ਰਿਸ਼ਟੀ ਤੋਂ ਇੰਨਾ ਵਿਸ਼ਾਲ ਹੈ ਭਾਰਤ ਕਿ ਜਦੋਂ ਪੂਰਬ ਦੇ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ, ਤਾਂ ਪੱਛਮ ਦੇ ਵਿੱਚ ਜਿਹੜਾ ਗੁਜਰਾਤ ਦਾ ਖੇਤਰ ਹੈ ਸੌਰਾਸ਼ਟਰ, ਉੱਥੇ ਹਜੇ ਰਾਤ ਹੁੰਦੀ ਹੈ। ਯਾਨੀ ਕਿ ਇੰਨੀ ਜਿਹੜੀ ਹੈ ਭਿੰਨਤਾ ਦੇਖਣ ਨੂੰ ਮਿਲਦੀ ਹੈ ਭਾਰਤ ਦੇਸ਼ ਦੇ ਵਿੱਚ। ਓਕੇ, ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿੰਨੀਆਂ ਭਾਸ਼ਾਵਾਂ ਨੇ ਆਪਣੇ ਭਾਰਤ ਦੇ ਵਿੱਚ, ਤਾਂ ਲਗਭਗ 22 ਭਾਸ਼ਾਵਾਂ ਨੂੰ ਜਿਹੜੀ ਹੈ ਰਾਸ਼ਟਰੀ ਮਾਨਤਾ ਪ੍ਰਾਪਤ ਹੈ, ਠੀਕ ਹੈ। ਵੱਖ ਧਰਮਾਂ ਦੇ ਲੋਕ ਇੱਥੇ ਜਿਹੜੇ ਨੇ ਉਹ ਰਹਿੰਦੇ ਨੇ। ਦੇਸ਼ ਨੇ ਪਿਛਲੀ ਸਦੀ ਦੇ 6ਵੇਂ ਦਹਾਕੇ ਦੇ ਸ਼ੁਰੂ ਵਿੱਚ ਹਰੀ ਕ੍ਰਾਂਤੀ ਦੁਆਰਾ ਉਤਪਾਦਨ ਵਿੱਚ ਹੈਰਾਨੀਜਨਕ ਵਾਧਾ ਕਰਕੇ ਸਾਰੀ ਦੁਨੀਆ ਨੂੰ ਜਿਹੜਾ ਇੱਕ ਅਸਚਰਜ ਦੇ ਵਿੱਚ ਪਾ ਦਿੱਤਾ। ਯਾਨੀ ਕਿ ਜਿਹੜਾ ਹਰੀ ਕ੍ਰਾਂਤੀ ਆਈ ਸੀ 6ਵੇਂ ਦਹਾਕੇ ਦੇ ਵਿੱਚ, ਉਸ ਦੇ ਵਿੱਚ ਭਾਰਤ ਨੇ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਵਾਧਾ ਕੀਤਾ ਸੀ। ਕਿਸ ਦੇ ਵਿੱਚ? ਫਸਲ ਉਤਪਾਦਨ ਦੇ ਵਿੱਚ। ਯਾਦ ਰੱਖਿਓ ਕਿਸ ਦੇ ਵਿੱਚ? ਫਸਲ ਉਤਪਾਦਨ ਦੇ ਵਿੱਚ ਕੀਤਾ ਹੈ, ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਅੱਗੇ ਗੱਲ ਕਰੀਏ ਕਿ ਭਾਰਤ ਦਾ ਨਾਮ ਕਿਵੇਂ ਪਿਆ ਹੈ, ਇਹ ਹੈਗਾ ਜੀ ਨਾਮਕਰਨ, ਠੀਕ ਹੈ। ਭਾਰਤ ਦਾ ਨਾਮ ਕਿਵੇਂ ਪਿਆ ਹੈ? ਤਾਂ ਦੇਖੋ ਭਾਰਤ ਦਾ ਸਭ ਤੋਂ ਪੁਰਾਣਾ ਨਾਮ ਹੈਗਾ ਸੀ ਜੀ ਹਿਮਾਚਲ ਸੇਤੂ ਪ੍ਰਿਅੰਤਮ। ਇਹ ਦੇਖੋ, ਠੀਕ ਹੈ। ਯਾਨੀ ਕਿ ਦੇਖੋ ਨਾਮਾਂ ਜਿਵੇਂ ਕਿ ਅਲੱਗ ਨਾਮ ਪ੍ਰਚਲਿਤ ਨੇ, ਠੀਕ ਹੈ, ਉਹਨਾਂ ਨੂੰ ਆਪਾਂ ਧਾਰਨਾਵਾਂ ਕਹਿ ਸਕਦੇ ਹਾਂ ਕਿ ਅਲੱਗ ਧਾਰਨਾਵਾਂ ਦੇ ਅਕੋਰਡਿੰਗ ਵੱਖ ਨਾਮ ਪ੍ਰਚਲਿਤ ਨੇ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਧਾਰਨਾ ਹੈਗੀ ਹੈ ਜੀ ਜਿਸ ਦੇ ਅਕੋਰਡਿੰਗ ਜਿਹੜਾ ਭਾਰਤ ਦਾ ਪਹਿਲਾ ਨਾਮ ਸੀ ਉਹ ਹੈਗਾ ਸੀ ਜੀ ਹਿਮਾਚਲ ਸੇਤੂ ਪ੍ਰਿਅੰਤਮ, ਜਿਸ ਦਾ ਮਤਲਬ ਹੁੰਦਾ ਸੀ ਕਿ ਹਿਮਾਚਲ ਅਤੇ ਰਾਮੇਸ਼ਵਰਮ ਦੇ ਵਿਚਕਾਰ ਜਿਹੜੀ ਇਹ ਜਗ੍ਹਾ ਹੈ ਉਸਨੂੰ ਭਾਰਤ ਕਹਿੰਦੇ ਨੇ। ਦੂਜੀ ਧਾਰਨਾ ਸੀ ਕਿ ਇੱਥੇ ਆਰੀਆ ਜਾਤੀ ਦੇ ਲੋਕ ਆ ਕੇ ਵਸ ਗਏ ਸਨ, ਜਿਸ ਕਰਕੇ ਭਾਰਤ ਨੂੰ ਆਰੀਆਵਰਤ ਵੀ ਕਿਹਾ ਜਾਣ ਲੱਗਿਆ, ਠੀਕ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਸ ਨੂੰ ਇੰਡੀਆ ਸ਼ਬਦ ਜਿਹੜਾ ਕਿਹਾ ਗਿਆ, ਉਹ ਕਿਉਂ ਕਿਹਾ ਗਿਆ? ਕਿਉਂਕਿ ਵੈਦਿਕ ਕਾਲ ਸਮੇਂ ਆਰੀਅਨ ਦੇ ਜਿਹੜੇ ਲੋਕ ਸੀ, ਠੀਕ ਹੈ, ਉਹਨਾਂ ਦੁਆਰਾ ਉੱਤਰ ਪੱਛਮ ਵਿੱਚ ਵਗਦੇ ਇੱਕ ਦਰਿਆ ਜਿਸ ਦਾ ਨਾਮ ਉਹਨਾਂ ਨੇ ਸਿੰਧੂ ਰੱਖਿਆ ਸੀ, ਉਸ ਤੋਂ ਲਿਆ ਗਿਆ ਸੀ,
ठीक है। इस सिंधु शब्द ਨੂੰ ਜਿਹੜੇ ਈਰਾਨੀ ਦੇਸ਼ ਦੇ ਲੋਕਾਂ ਨੇ ਹਿੰਦੂ ਕਿਹਾ। ठीक है, सिंधु शब्द ਨੂੰ ਈਰਾਨੀ ਲੋਕਾਂ ਨੇ ਕੀ ਕਿਹਾ? ਹਿੰਦੂ ਕਿਹਾ। ਹਿੰਦੂ ਦੇ ਆਸ-ਪਾਸ ਜਿੰਨੇ ਲੋਕ ਰਹਿੰਦੇ ਸੀ ਉਹ ਕੀ ਸੀ? ਹਿੰਦੂ ਦੇ ਵਾਸੀ ਸਨ, ਯਾਨੀ ਕਿ ਉਹਨਾਂ ਨੂੰ ਹਿੰਦੁਸਤਾਨ ਦੇ ਵਾਸੀ ਕਿਹਾ ਜਾਣ ਲੱਗਿਆ। ਇਸੇ ਹਿੰਦੂ ਸ਼ਬਦ ਨੂੰ ਯੂਨਾਨੀ ਲੋਕਾਂ ਨੇ ਇੰਡੋਸ ਕਿਹਾ। ਇੰਡੋਸ ਨੂੰ ਰੋਮਨਾਂ ਨੇ ਕੀ ਕਹਿਤਾ? ਇੰਡਸ ਕਹਿਤਾ। ਤੇ ਇੰਡਸ ਤੋਂ ਕੁੱਲ ਮਿਲਾ ਕੇ ਜਿਹੜਾ ਹੈ ਉਹ ਇੰਡੀਆ ਬਣ ਗਿਆ, ਯਾਨੀ ਕਿ ਹੁਣ ਜਿਹੜਾ ਆਪਣਾ ਭਾਰਤ ਹੈ, ਇੰਡੀਆ, ਹਿੰਦੁਸਤਾਨ, ਭਾਰਤ ਵਰਗੇ ਨਾਮਾਂ ਦੇ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਇਹ ਜਿਹੜੇ ਨਾਮ ਨੇ ਵੱਖ-ਵੱਖ ਧਾਰਨਾਵਾਂ ਦੇ ਅਕੋਰਡਿੰਗ ਪ੍ਰਚਲਿਤ ਨੇ, ਇਹ ਤੁਸੀਂ ਆਪਣਾ ਪੜ੍ਹ ਸਕਦੇ ਹੋ। ਠੀਕ ਹੈ, ਕੁਐਸਚਨ ਬਣ ਸਕਦਾ ਹੈ। ਦੇਖੋ ਇਹ ਤਾਂ ਐਗਜ਼ਾਮੀਨਰ 'ਤੇ ਡਿਪੈਂਡ ਹੈ, ਐਗਜ਼ਾਮੀਨਰ ਦੇ ਮੂਡ 'ਤੇ ਡਿਪੈਂਡ ਹੈ ਕਿ ਉਹ ਕਿਸ ਤਰ੍ਹਾਂ ਦਾ ਕੁਐਸਚਨ ਸੈੱਟ ਕਰਦਾ ਹੈ। ਲੇਕਿਨ ਆਪਾਂ ਨੂੰ ਚੈਪਟਰ ਇਸ ਤਰੀਕੇ ਨਾਲ ਕਵਰ ਕਰਨਾ ਹੈ ਕਿ ਆਪਾਂ ਨੂੰ ਜੇਕਰ ਉਸ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾਵੇ ਤਾਂ ਆਪਣਾ ਉਸ ਦੇ ਵਿੱਚੋਂ ਮਾਰਕਸ ਨਹੀਂ ਜਿਹੜਾ ਘਟਣਾ ਚਾਹੀਦਾ। ਠੀਕ ਹੈ, ਉਸ ਤੋਂ ਕਰਨ ਬਾਰੇ ਪੜ੍ਹਿਆ ਹੈ। ਠੀਕ ਹੈ, ਹੁਣ ਆਪਾਂ ਅੱਗੇ ਪੜ੍ਹਨ ਲੱਗੇ ਹਾਂ ਜੀ ਸਿਚੁਏਸ਼ਨ ਬਾਰੇ। ਭਾਰਤ ਦੀ ਜਿਹੜੀ ਸਥਿਤੀ ਆ ਉਹ ਕੀ ਹੈ? ਤਾਂ ਭਾਰਤ ਨੂੰ ਪੂਰੇ ਵਰਲਡ ਦੇ ਵਿੱਚ ਦੱਖਣੀ ਏਸ਼ੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ ਹੈ। ਠੀਕ ਹੈ, ਜ਼ਰੂਰ ਅੰਡਰਲਾਈਨ ਕਰ ਲਿਓ ਇਸ ਲਾਈਨ ਨੂੰ। ਦੱਖਣੀ ਏਸ਼ੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਇਹ ਏਸ਼ੀਆ ਮਹਾਂਦੀਪ ਦੇ ਦੱਖਣ ਵੱਲ ਨੂੰ ਫੈਲਿਆ ਹੋਇਆ ਇੱਕ ਵਿਸ਼ਾਲ ਦੇਸ਼ ਹੈ ਜੋ ਕਿ ਪ੍ਰਿਥਵੀ 'ਤੇ ਯਾਨੀ ਕਿ ਧਰਤੀ 'ਤੇ ਉੱਤਰੀ ਗੋਲਾ ਅਰਧ ਦੇ ਵਿੱਚ ਸਥਿਤ ਹੈ। ਠੀਕ ਹੈ, ਇਸ ਦੇ ਉੱਤਰੀ ਸਿਰੇ 'ਤੇ ਮਹਾਨ ਹਿਮਾਲਿਆ ਹੈ, ਦੱਖਣ ਵੱਲ ਵਿਸ਼ਾਲ ਹਿੰਦ ਮਹਾਸਾਗਰ ਹੈ। ਦੱਖਣੀ ਹਿੱਸੇ ਵਿੱਚ ਪ੍ਰਾਇਦੀਪੀ ਪਠਾਰ ਹੋਣ ਕਾਰਨ ਇਸ ਦੀ ਸ਼ਕਲ ਜਿਹੜੀ ਹੈ ਤਿਕੋਣੀ ਬਣਦੀ ਹੈ। ਖੱਬੇ ਪਾਸੇ ਜਿਹੜਾ ਅਰਬ ਸਾਗਰ ਹੈ, ਦੂਜੇ ਪਾਸੇ ਬੰਗਾਲ ਦੀ ਖਾੜੀ ਹੈ। ਇਹ ਮੈਂ ਤੁਹਾਨੂੰ ਮੈਪ ਦੇ ਥਰੂ ਦੱਸ ਦਿੰਦੀ ਹਾਂ, ਆਹ ਦੇਖ ਸਕਦੇ ਹੋ। ਠੀਕ ਹੈ, ਆਹ ਦੇਖੋ ਇਹ ਜਿਹੜਾ ਤਿੰਨ ਹਿੱਸੇ ਨੇ, 1 2 3, ਇਹ ਤਿੰਨ ਹਿੱਸੇ ਜਿਹੜੇ ਨੇ ਆਪਣੇ ਕੋਲ ਮਹਾਸਾਗਰ ਨਾਲ ਘਿਰੇ ਹੋਏ ਨੇ ਨਾ ਤਿੰਨ ਹਿੱਸੇ। ਤਾਂ ਇਹ ਕੀ, ਤਾਂ ਇਹ ਜਿਹੜੇ ਤਿੰਨ ਹਿੱਸੇ ਨੇ, ਜਿਵੇਂ ਕਿ ਪਹਿਲਾ ਇਹ ਹਿੱਸਾ ਹੋ ਗਿਆ, ਦੂਜਾ ਇੱਧਰਲਾ ਹਿੱਸਾ ਹੋ ਗਿਆ, ਤੀਜਾ ਲਾਸਟ ਹੋ ਗਿਆ। ਇਹ ਤਿੰਨੋਂ ਹਿੱਸੇ ਕਾਹਦੇ ਨਾਲ ਘਿਰੇ ਹੋਏ ਨੇ? ਸਮੁੰਦਰ ਨਾਲ, ਯਾਨੀ ਕਿ ਹਿੰਦ ਮਹਾਸਾਗਰ। ਠੀਕ ਹੈ, ਇਹ ਜਿਹੜਾ ਨੀਚੇ ਹੈ ਬਿਲਕੁਲ ਸਾਰਾ ਹਿੰਦ ਮਹਾਸਾਗਰ ਹੈ। ਇੱਥੇ ਮੈਂਸ਼ਨ ਵੀ ਕੀਤਾ ਹੋਇਆ ਹਿੰਦ ਮਹਾਸਾਗਰ ਹੈ, ਬਲੂ ਕਲਰ ਦਾ ਜਿਹੜਾ ਦਿਖ ਰਿਹਾ ਹੈ। ਠੀਕ ਹੈ, ਅਤੇ ਇਸ ਦੇ ਖੱਬੇ ਪਾਸੇ ਕੀ ਹੈ? ਇਹ ਤੁਸੀਂ ਦੇਖ ਸਕਦੇ ਹੋ ਅਰਬ ਸਾਗਰ ਹੈ। ਸੱਜੇ ਪਾਸੇ ਇੱਥੇ ਬੰਗਾਲ ਦੀ ਖਾੜੀ ਹੈ। ਠੀਕ ਹੈ, ਇਹ ਜਿਹੜਾ ਉੱਪਰ ਆਪਣੇ ਕੋਲ ਪਿੰਕ ਕਲਰ ਦਾ ਇਹ ਚੀਜ਼ ਏਰੀਆ ਦਿਖਾਇਆ ਗਿਆ ਉੱਪਰ ਚਾਈਨਾ ਤੋਂ ਥੋੜ੍ਹਾ ਜਿਹਾ ਨੀਚੇ, ਇਹ ਸਾਰਾ ਉੱਤਰੀ ਹੈ। ਠੀਕ ਹੈ, ਤਾਂ ਇਹ ਸਾਰਾ ਕੀ ਹੈ? ਉੱਤਰ ਦੇ ਵਿੱਚ ਹਿਮਾਲਿਆ ਇੱਥੇ, ਅਤੇ ਇਹ ਜਿਹੜਾ ਵਿਚਕਾਰ ਵਾਲਾ ਏਰੀਆ ਇਹ ਪ੍ਰਾਇਦੀਪੀ ਪਠਾਰ ਹੈ। ਠੀਕ ਹੈ, ਤਾਂ ਇਹ ਭਾਰਤ ਦੀ ਸਥਿਤੀ ਹੈ ਇੱਕ ਤਰੀਕੇ ਨਾਲ ਜੇਕਰ ਦੇਖਿਆ ਜਾਵੇ। ਬਾਅਦ ਆਪਾਂ ਅੱਗੇ ਪੜ੍ਹਦੇ ਹਾਂ ਜੀ। ਭਾਰਤ ਨੂੰ ਸਾਰਕ ਯਾਨੀ ਕਿ ਸਾਰਕ ਦੀ ਫੁੱਲ ਫੋਰਮ ਮੈਂ ਤੁਹਾਨੂੰ ਦੱਸਿਆ ਸੀ। ਸਾਰਕ ਦੀ ਫੁੱਲ ਫੋਰਮ ਕੀ ਹੈ? ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਠੀਕ ਹੈ, ਇਹ ਸਾਰਕ ਦੀ ਫੁੱਲ ਫੋਰਮ ਨੂੰ ਜ਼ਰੂਰ ਯਾਦ ਰੱਖਿਓ। ਤਾਂ ਸਾਰਕ ਦੇ ਵਿੱਚ ਵੀ ਜਿਹੜਾ ਹੈ ਭਾਰਤ ਨੂੰ ਇੱਕ ਮਹੱਤਵਪੂਰਨ ਸਥਾਨ ਹਾਸਿਲ ਹੈ। ਠੀਕ ਹੈ, ਇਹ ਤੁਸੀਂ ਨੀਚੇ ਜਿਹੜੀ ਹੈ ਇੱਕ ਝਲਕ ਦੇਖ ਸਕਦੇ ਹੋ। ਭਾਰਤ ਦੀ ਦੱਸੀ ਗਈ ਹੈ, ਭਾਰਤ ਬਾਰੇ ਹੈ ਕਿ ਭਾਰਤ ਦਾ ਜਿਹੜਾ ਖੇਤਰਫਲ ਹੈ ਉਹ ਇੰਨਾ ਹੈ ਜੀ 32,87,263 ਵਰਗ ਕਿਲੋਮੀਟਰ। ਠੀਕ ਹੈ, ਜਨਸੰਖਿਆ ਲੱਖਾਂ ਦੇ ਵਿੱਚ ਦਸਾਈ ਗਈ ਹੈ। ਭਾਰਤ ਦੀ ਕਰੰਸੀ ਰੁਪਇਆ ਹੈ। ਠੀਕ ਹੈ, ਅਤੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਇਸ ਦੇ ਬਾਰੇ ਬੇਸਿਕ ਚੀਜ਼ਾਂ ਜਿਹੜੀਆਂ ਨੇ ਉਹ ਦੱਸੀਆਂ ਨੇ। ਉਸ ਤੋਂ ਬਾਅਦ ਹੈ ਕਿ ਸਾਰਕ ਦੇ ਵਿੱਚ ਕਿੰਨੇ ਦੇਸ਼ ਸ਼ਾਮਿਲ ਨੇ? ਇਹ ਵੈਸੇ ਮੈਂ ਤੁਹਾਨੂੰ ਪਤਾ ਨਹੀਂ, ਸ਼ਾਇਦ ਆਈ ਥਿੰਕ ਪਹਿਲਾਂ ਇੱਕ ਕਲਾਸ ਦੇ ਵਿੱਚ ਕਰਾਇਆ ਵੀ ਹੈ ਸਾਰਕ। ਉਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ 8 ਦੇਸ਼ ਨੇ ਜੀ ਸਾਰਕ ਦੇ ਵਿੱਚ। ਠੀਕ ਹੈ, ਕਿਹੜੇ ਨੇ? ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਭੂਟਾਨ, ਸ਼੍ਰੀਲੰਕਾ, ਮਾਲਦੀਵ, ਅਫਗਾਨਿਸਤਾਨ। ਠੀਕ ਹੈ, ਇਹ ਜਿਹੜੇ 8 ਦੇਸ਼ ਨੇ ਇਹਨਾਂ ਦੇ ਨਾਮ ਜ਼ਰੂਰ ਯਾਦ ਰੱਖਿਓ। ਠੀਕ ਹੈ, ਕੋਈ ਵੀ ਦੇਸ਼ ਦਾ ਨਾਮ ਦੇ ਕੇ ਪੁੱਛਿਆ ਜਾ ਸਕਦਾ ਹੈ ਕਿ ਇਹਨਾਂ ਵਿੱਚੋਂ ਕਿਹੜਾ ਦੇਸ਼ ਹੈ ਜਿਹੜਾ ਕਿ ਸਾਰਕ ਦਾ ਮੈਂਬਰ ਨਹੀਂ ਹੈਗਾ। ਨਾਮਾਂ ਨੂੰ ਜਿਹੜਾ ਇਹਨਾਂ ਦੇਸ਼ਾਂ ਦੇ ਨਾਮਾਂ ਨੂੰ ਜਿਹੜਾ ਜ਼ਰੂਰ ਯਾਦ ਕਰ ਲਿਓ। ਕਲੀਅਰ? ਉਸ ਤੋਂ ਬਾਅਦ ਹੈ ਜੀ ਆਪਾਂ ਜੇਕਰ ਸਥਾਨਕ ਵਿਸਤਾਰ ਦੀ ਗੱਲ ਕਰੀਏ ਭਾਰਤ ਦੀ ਤਾਂ ਯਾਦ ਕਰ ਲਿਓ। ਠੀਕ ਹੈ, 8 ਡਿਗਰੀ 4 ਤੋਂ ਲੈ ਕੇ 37 ਡਿਗਰੀ 17 ਤੱਕ ਉੱਤਰੀ ਅਕਸ਼ਾਂਸ਼ ਹੈ। ਠੀਕ ਹੈ, ਉਸ ਦੇ ਵਿਚਕਾਰ ਹੈ। ਅਤੇ 68 ਡਿਗਰੀ 7 ਤੋਂ ਲੈ ਕੇ 97 ਡਿਗਰੀ 24 ਤੱਕ ਪੂਰਬੀ ਦੇਸ਼ਾਂਤਰਾਂ ਵਿਚਾਲੇ ਹੈ। ਇਹ ਯਾਦ ਕਰਨ ਦੀ ਚੀਜ਼ ਹੈ, ਇਸ ਨੂੰ ਯਾਦ ਕਰ ਲਿਓ। ਉਸ ਤੋਂ ਬਾਅਦ ਹੈ ਕਿ ਕਰਕ ਰੇਖਾ ਇਸ ਦੇ ਮੱਧ ਵਿੱਚੋਂ ਦੀ ਲੰਘਦੀ ਹੈ। ਭਾਰਤ ਦੇ ਵਿਚਕਾਰੋਂ ਕਿਹੜੀ ਰੇਖਾ ਲੰਘਦੀ ਹੈ? ਕੁਐਸਚਨ ਆ ਸਕਦਾ ਹੈ ਕਿ ਉਹ ਕਿਹੜੀ ਰੇਖਾ ਜਿਹੜੀ ਭਾਰਤ ਨੂੰ ਵਿਚਕਾਰੋਂ ਕੱਟਦੀ ਹੈ ਅੱਧ ਦੇ ਵਿੱਚ, ਤਾਂ ਉਹ ਹੈਗੀ ਹੈ ਜੀ ਕਰਕ ਰੇਖਾ। ਠੀਕ ਹੈ, ਜਿਹੜੀ ਕਿ ਇਸਨੂੰ ਉੱਤਰੀ ਅਤੇ ਦੱਖਣੀ ਹਿੱਸਿਆਂ 2 ਹਿੱਸਿਆਂ ਦੇ ਵਿੱਚ ਵੰਡਦੀ ਹੈ। ਉੱਪਰਲਾ ਹਿੱਸਾ ਉੱਤਰੀ ਹੈ, ਨਿਚਲਾ ਹਿੱਸਾ ਦੱਖਣੀ ਹੈ। ਠੀਕ ਹੈ, ਉੱਤਰੀ ਭਾਰਤ ਦੱਖਣੀ ਭਾਰਤ ਤੋਂ 2 ਗੁਣਾ ਜ਼ਿਆਦਾ ਹੈ। ਇਹ ਦੇਖ ਸਕਦੇ ਹੋ। ਇਹ ਵਿਚਕਾਰੋਂ ਕਿਹੜੀ ਰੇਖਾ ਕੱਟ ਰਹੀ ਹੈ? ਤਾਂ ਇਹ ਕੱਟ ਰਹੀ ਹੈ ਜੀ ਕਰਕ ਰੇਖਾ। ਤਾਂ ਹੁਣ ਜਿਹੜਾ ਉੱਤਰੀ ਭਾਰਤ ਹੈ ਉਹ ਦੱਖਣੀ ਨਾਲੋਂ ਕਿੰਨਾ ਜ਼ਿਆਦਾ? 2 ਗੁਣਾ ਵੱਧ ਜਗ੍ਹਾ ਘੇਰਦਾ ਹੈ। ਯਾਦ ਰੱਖਿਓ ਕਿ ਜਿਹੜਾ ਉੱਤਰੀ ਭਾਰਤ ਹੈ ਉਹ ਨਿਚਲੇ ਨਾਲੋਂ ਦੱਖਣੀ ਨਾਲੋਂ 2 ਗੁਣਾ ਵੱਧ ਜਗ੍ਹਾ ਘੇਰਦਾ ਹੈ। ਠੀਕ ਹੈ, ਵਿਚਕਾਰੋਂ ਕਿਹੜੀ ਰੇਖਾ ਲੰਘ ਰਹੀ ਹੈ? ਕਰਕ ਰੇਖਾ ਲੰਘ ਰਹੀ ਹੈ। ਜੇਕਰ ਆਪਾਂ ਇੱਥੇ ਧਿਆਨ ਨਾਲ ਦੇਖੀਏ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ 2 ਗੁਆਂਢੀ ਦੇਸ਼ ਨੇ ਭਾਰਤ ਦੇ ਜਿਹੜੇ ਕਿ ਸਾਗਰ ਨੂੰ ਨਹੀਂ ਛੂੰਹਦੇ। ਉਹ ਕਿਹੜੇ ਨੇ? ਨੇਪਾਲ ਅਤੇ ਭੂਟਾਨ ਹੈ। ਨੈਕਸਟ ਕੁਐਸਚਨ ਬਣ ਸਕਦਾ ਹੈ ਕਿ ਭਾਰਤ ਦਾ ਗਵਾਂਢੀ ਟਾਪੂ ਦੇਸ਼ ਕਿਹੜਾ ਹੈ? ਤਾਂ ਉਹ ਹੈਗਾ ਜੀ ਸ਼੍ਰੀਲੰਕਾ। ਠੀਕ ਹੈ, ਭਾਰਤ ਦਾ ਗਵਾਂਢੀ ਟਾਪੂ ਦੇਸ਼ ਸ਼੍ਰੀਲੰਕਾ ਹੈ ਜੀ। ਉਸ ਤੋਂ ਬਾਅਦ ਹੈਗਾ ਭਾਰਤ ਦਾ ਮਾਣਕ ਲੰਬ ਘਰ ਕਿੰਨਾ ਹੈ? ਤਾਂ 82 ਡਿਗਰੀ 30 ਪੂਰਬ ਹੈ। ਠੀਕ ਹੈ, ਪੰਜਾਬੀ ਭਾਸ਼ਾ ਬੋਲਣ ਵਾਲੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਿਹੜੇ ਨੇ? ਪੰਜਾਬ ਅਤੇ ਚੰਡੀਗੜ੍ਹ। ਤੁਸੀਂ ਇੱਥੇ ਦੇਖ ਸਕਦੇ ਹੋ। ਕਲੀਅਰ? ਉੱਤਰੀ ਭਾਰਤ ਦੱਖਣੀ ਭਾਰਤ ਤੋਂ 2 ਗੁਣਾ ਜ਼ਿਆਦਾ ਜਿਹੜਾ ਜਗ੍ਹਾ ਘੇਰਦਾ ਹੈ। ਉਸ ਤੋਂ ਬਾਅਦ ਹੈ ਕਿ ਜੇਕਰ ਭਾਰਤ ਦੇ ਉੱਤਰੀ ਸਿਰੇ ਕਸ਼ਮੀਰ ਤੋਂ ਲੈ ਕੇ ਦੱਖਣੀ ਸਿਰੇ ਕੰਨਿਆ ਕੁਮਾਰੀ ਤੱਕ ਗੱਲ ਕਰੀਏ ਤਾਂ ਇਹ 14 ਕਿਲੋਮੀਟਰ ਹੋਏਗੀ। ਯਾਨੀ ਕਿ ਮੈਂ ਤੁਹਾਨੂੰ ਮੈਪ ਦੇ ਥਰੂ ਸਮਝਾ ਦਿੰਦੀ ਹਾਂ। ਇਹ ਦੇਖ ਸਕਦੇ ਹੋ ਤੁਸੀਂ, ਮੈਪ ਹੈ ਆਪਣੇ ਕੋਲ। ਠੀਕ ਹੈ,
ਇੱਥੋਂ ਦੇਖੋ, ਮੰਨ ਲਓ ਜੇਕਰ ਆਪਾਂ ਉੱਤਰ ਦੇ ਵਿੱਚ ਗੱਲ ਕਰੀਏ ਕਸ਼ਮੀਰ ਤੋਂ ਲੈ ਕੇ ਇਸ ਪੁਆਇੰਟ ਤੋਂ ਲੈ ਕੇ ਇੱਥੇ ਤੱਕ, ਠੀਕ ਹੈ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਇਹ ਕਿੰਨੀ ਹੋਊਗੀ, ਇਹ ਕਿਹਾ ਉਹਨਾਂ ਨੇ ਉੱਤਰੀ ਬਿੰਦੂ ਤੋਂ ਲੈ ਕੇ ਦੱਖਣੀ ਬਿੰਦੂ ਤੱਕ ਕਿੰਨੀ ਹੈ ਜੀ, ਤਾਂ ਇਹ ਹੋਊਗੀ ਜੀ 3214 ਕਿਲੋਮੀਟਰ। ਇਹ ਯਾਦ ਰੱਖਿਓ ਕਿੰਨੀ, 3214 ਕਿਲੋਮੀਟਰ ਉੱਤਰੀ ਤੋਂ ਲੈ ਕੇ ਦੱਖਣੀ ਤੱਕ। ਜੇਕਰ ਇਸੇ ਤਰੀਕੇ ਨਾਲ ਗੱਲ ਕਰੀਏ ਇੱਕ ਮਿੰਟ, ਜੇਕਰ ਆਪਾਂ ਇਸੇ ਤਰੀਕੇ ਨਾਲ ਗੱਲ ਕਰੀਏ ਕਿ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਰਨ ਆਫ ਕੱਛ ਤੱਕ, ਕੱਛ ਦੀ ਖਾੜੀ ਤੱਕ, ਠੀਕ ਹੈ, ਇੱਥੇ ਤੱਕ ਇਹ ਚੀਜ਼ ਤੱਕ, ਤਾਂ ਇਹ ਕਿੰਨਾ ਏਰੀਆ ਹੋਊਗਾ, ਤਾਂ ਇਹ ਹੋਏਗਾ ਜੀ 29-33 ਕਿਲੋਮੀਟਰ। ਇਹ ਯਾਦ ਰੱਖਿਓ ਡਾਟਾ, ਇਹ ਕਿੰਨਾ ਹੋਊਗਾ ਜੀ, ਇਹ ਹੋਊਗਾ 29-33 ਕਿਲੋਮੀਟਰ। ਇਹ ਕੁਐਸਚਨ ਜ਼ਰੂਰ ਬਣੂਗਾ, ਦੋਨਾਂ 'ਚੋਂ ਕੁਛ ਨਾ ਕੁਛ ਪੁੱਛਿਆ ਜਾ ਸਕਦਾ ਹੈ। ਉੱਤਰ ਤੋਂ ਲੈ ਕੇ ਦੱਖਣ ਤੱਕ ਕਿੰਨਾ ਹੈ ਜੀ, 3214 ਕਿਲੋਮੀਟਰ ਹੈ, ਅਤੇ ਆਪਣੇ ਕੋਲ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਜਿਹੜਾ ਆਪਣਾ ਇੱਧਰ ਕੱਛ ਦੀ ਖਾੜੀ ਆ ਉੱਥੇ ਤੱਕ ਕਿੰਨੀ ਹੈ ਜੀ, 2933 ਕਿਲੋਮੀਟਰ। ਇੰਪੋਰਟੈਂਟ ਹੈ, ਯਾਦ ਰੱਖਿਓ, ਇਹ ਭਾਰਤ ਦੀ ਸਥਿਤੀ ਹੈ ਜੀ ਆਪਣੇ ਕੋਲ। ਓਕੇ, ਇਹੀ ਦੱਸਿਆ ਗਿਆ। ਦੇਖੀ ਇੰਨੀ ਜ਼ਿਆਦਾ ਵਿਸ਼ਾਲਤਾ ਹੋਣ ਦੇ ਕਾਰਨ ਹੀ ਭਾਰਤ ਨੂੰ ਇੱਕ ਉਪ ਮਹਾਂਦੀਪ ਦਾ ਦਰਜਾ ਪ੍ਰਾਪਤ ਹੋਇਆ ਹੈ। ਭਾਰਤ ਨੂੰ ਕੀ ਕਹਿੰਦੇ ਨੇ ਜੀ, ਉਪ ਮਹਾਂਦੀਪ ਵੀ ਕਿਹਾ ਜਾਂਦਾ ਹੈ। ਉਪ ਮਹਾਂਦੀਪ ਕੀ ਹੁੰਦਾ ਹੈ, ਉਪ ਮਹਾਂਦੀਪ ਇੱਕ ਉਹ ਖੇਤਰ ਹੁੰਦਾ ਹੈ, ਇੱਕ ਉਹ ਸੁਤੰਤਰ ਇਲਾਕਾ ਹੁੰਦਾ ਹੈ ਜਿਸ ਦੇ ਸੀਮਾਵਾਂ, ਜਿਸ ਦੀਆਂ ਬਾਉਂਡਰੀਜ਼ ਜਿਹੜੀਆਂ ਨੇ ਉਹ ਵੱਖੋ ਵੱਖਰੀਆਂ ਆਕ੍ਰਿਤੀਆਂ ਦੁਆਰਾ ਬਣਾਈਆਂ ਜਾਂਦੀਆਂ ਨੇ, ਜੋ ਕਿ ਇਸ ਨੂੰ ਆਸ-ਪਾਸ ਦੇ ਖੇਤਰਾਂ ਤੋਂ ਕੀ ਕਰਦੀਆਂ ਨੇ, ਵੱਖ ਕਰਦੀਆਂ ਨੇ। ਠੀਕ ਹੈ, ਹੁਣ ਭਾਰਤ ਦੇ ਵਿੱਚ ਕਿੰਨੀਆਂ ਤਰ੍ਹਾਂ ਦੀਆਂ ਚੋਟੀਆਂ ਦੇਖਣ ਨੂੰ ਮਿਲਦੀਆਂ ਨੇ, ਹੈ ਨਾ, ਕਿੰਨਾ ਕੁਛ ਦੇਖਣ ਨੂੰ ਮਿਲਦਾ ਹੈ, ਕਿੰਨਾ ਵੱਖਰੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ, ਤਾਂ ਉਹ ਸਾਰਿਆਂ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਭਾਰਤ ਨੂੰ ਉਪ ਮਹਾਂਦੀਪ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਜੇ ਆਪਾਂ ਭਾਰਤ ਦੀ ਬੇਸਿਕ ਗੱਲ ਕਰੀਏ ਸਾਈਜ਼ ਅਤੇ ਏਰੀਆ ਦੀ, ਆਕਾਰ ਅਤੇ ਖੇਤਰਫਲ ਦੀ, ਤਾਂ ਭਾਰਤ ਦਾ ਕੁੱਲ ਖੇਤਰਫਲ ਲਗਭਗ 32,87,782 ਵਰਗ ਕਿਲੋਮੀਟਰ ਹੈ, ਜੋ ਕਿ ਪੂਰੇ ਵਰਲਡ ਦਾ ਕਿੰਨਾ ਹੈ ਜੀ, 2.2% ਬਣਦਾ ਹੈ। ਕਿੰਨਾ ਬਣਦਾ ਹੈ ਜੀ, 2.2%। ਵੈਰੀ ਇੰਪੋਰਟੈਂਟ, ਇਹ ਲਾਈਨ ਯਾਦ ਰੱਖਿਓ। ਜਿਹੜਾ ਕੁੱਲ ਖੇਤਰਫਲ ਹੈ ਉਹ ਹੈਗਾ ਜੀ 32,87,782 ਕਿਲੋਮੀਟਰ। ਠੀਕ ਹੈ, 782 ਵਰਗ ਕਿਲੋਮੀਟਰ। ਅਤੇ ਇਹ ਪੂਰੇ ਵਰਲਡ ਦਾ ਕਿੰਨਾ ਹੈ, ਤਾਂ ਇਹ ਪੂਰੇ ਵਰਲਡ ਦਾ ਜੇਕਰ ਮੰਨਿਆ ਜਾਵੇ ਤਾਂ 2.2% ਹਿੱਸਾ ਆਪਣਾ ਭਾਰਤ ਹੈ। ਇਹ ਡਾਟਾ ਜ਼ਰੂਰ ਯਾਦ ਰੱਖਿਓ, ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਇਸ ਪ੍ਰਕਾਰ ਖੇਤਰਫਲ ਦੇ ਪੱਖੋਂ ਜੇਕਰ ਗੱਲ ਕਰੀਏ ਭਾਰਤ ਕਿੰਨਵੇਂ ਸਥਾਨ 'ਤੇ ਹੈ, ਤਾਂ ਇਹ ਭਾਰਤ ਜਿਹੜਾ ਹੈ 7ਵੇਂ ਸਥਾਨ 'ਤੇ ਹੈ। ਠੀਕ ਹੈ, ਖੇਤਰਫਲ ਦੇ ਪੱਖੋਂ। ਇਸ ਤੋਂ ਵੱਡੇ 6 ਦੇਸ਼ ਕਿਹੜੇ ਨੇ, ਸਭ ਤੋਂ ਪਹਿਲਾਂ ਹੈਗੇ ਜੀ ਰਸ਼ੀਆ, ਕੈਨੇਡਾ, ਫਿਰ ਚੀਨ, USA, ਬ੍ਰਾਜ਼ੀਲ, ਆਸਟ੍ਰੇਲੀਆ, ਦੈਨ ਆਪਣਾ ਕੀ ਹੈ, ਇੰਡੀਆ ਹੈ। ਠੀਕ ਹੈ, ਇਹਨੂੰ ਯਾਦ ਰੱਖਿਓ, ਸੀਰੀਜ਼ ਵਾਈਜ਼ ਯਾਦ ਰੱਖਿਓ, ਕਿਉਂਕਿ ਪਹਿਲਾ ਸਭ ਤੋਂ ਵੱਡਾ ਦੇਸ਼ ਕਿਹੜਾ ਉਹ ਵੀ ਪੁੱਛਿਆ ਜਾ ਸਕਦਾ ਹੈ। ਕਲੀਅਰ। ਵੱਡੇ ਦੇਸ਼ਾਂ ਵਿੱਚ ਇਹ ਰੂਸ ਦੇ 7ਵੇਂ ਹਿੱਸੇ ਦੇ ਬਰਾਬਰ ਹੈ ਅਤੇ ਕੈਨੇਡਾ ਦੇ ਕੇਵਲ ਤੀਜੇ ਹਿੱਸੇ ਦੇ ਬਰਾਬਰ ਹੈ। ਇਹ ਇੰਨਾ ਕੁਛ ਯਾਦ ਕਰਨ ਦੀ ਲੋੜ ਨਹੀਂ, ਬਾਕੀ ਬੇਸਿਕ ਜਾਣਕਾਰੀ ਜਿਹੜੀ ਹੈ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਭਾਰਤ ਦਾ ਉੱਤਰ, ਦੱਖਣ ਅਤੇ ਪੂਰਬ ਪੱਛਮ ਵਿਸਤਾਰ ਧਰਤੀ ਦੇ ਕੁੱਲ ਘੇਰੇ ਦਾ ਲਗਭਗ 12ਵਾਂ ਹਿੱਸਾ ਹੀ ਬਣਦਾ ਹੈ। ਕਿੰਨਵਾਂ ਹਿੱਸਾ ਬਣਦਾ ਹੈ ਜੀ, 12ਵਾਂ ਹਿੱਸਾ ਬਣਦਾ ਹੈ ਧਰਤੀ ਦਾ, ਜੇਕਰ ਆਪਣੇ ਭਾਰਤ ਦੇ ਵਿਸਤਾਰ ਦੀ ਗੱਲ ਕਰੀਏ। ਕਲੀਅਰ। ਭਾਰਤ ਦੀ ਜਿਹੜੀ ਸ਼ਕਲ ਹੈ ਤਿਕੋਣ ਹੈ, ਇਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਜਿਸ ਦਾ ਆਧਾਰ ਬੇਸ ਕੀ ਹੈ, ਉੱਤਰ ਦਿਸ਼ਾ ਵੱਲ ਹੈ। ਇਹ ਵੀ ਕੁਐਸਚਨ ਬਣ ਸਕਦਾ ਕਿ ਜਿਹੜਾ ਭਾਰਤ ਦਾ ਬੇਸ ਹੈ ਉਹ ਕਿਹੜੀ ਦਿਸ਼ਾ ਵੱਲ ਹੈ, ਕਿਸ ਦੇ ਵੱਲ ਇਸ ਦਾ ਆਧਾਰ ਹੈ, ਤਾਂ ਇਹ ਹੈਗਾ ਜੀ ਉੱਤਰ ਦਿਸ਼ਾ ਵੱਲ, ਜਿੱਧਰ ਆਪਣੇ ਕੋਲ ਹਿਮਾਲਿਆ ਹੈ ਨਾ ਉਸ ਦਿਸ਼ਾ ਵੱਲ। ਅਤੇ ਇਸ ਦਾ ਸਿਰਾ ਕਿਹੜੇ ਵੱਲ ਹੈ, ਤਾਂ ਇਸ ਦਾ ਸਿਰਾ ਜਿਹੜਾ ਦੱਖਣ ਵੱਲ ਕੰਨਿਆ ਕੁਮਾਰੀ 'ਤੇ ਜਾ ਕੇ ਬਣਦਾ ਹੈ। ਹੁਣ ਆਪਾਂ ਅੱਗੇ ਗੱਲ ਕਰੀਏ ਭਾਰਤ ਦੇ ਗਵਾਂਢੀ ਦੇਸ਼ ਕਿਹੜੇ ਨੇ, ਤਾਂ ਭਾਰਤ ਦੀ ਥਲਵਰਤੀ ਸੀਮਾ ਨਾਲ ਕੁੱਲ 7 ਦੇਸ਼ਾਂ ਦੀਆਂ ਸਰਹੱਦਾਂ ਛੁੰਦੀਆਂ ਨੇ। ਦੇਖੋ ਸਾਰਕ ਦੇ ਵਿੱਚ 8 ਦੇਸ਼ ਨੇ ਜੀ, ਅਤੇ ਭਾਰਤ ਦੇ ਗੁਆਂਢੀ ਦੇਸ਼ ਕਿੰਨੇ ਨੇ, 7। ਕਨਫਿਊਜ਼ ਨਹੀਂ ਹੋਣਾ ਹੈਗਾ। ਠੀਕ ਹੈ, ਭਾਰਤ ਦੀ ਥਲਵਰਤੀ ਸੀਮਾ ਨਾਲ, ਥਲਵਰਤੀ ਮਤਲਬ ਜਿਹੜੀ ਕਿ ਧਰਤੀ ਵਾਲੀ ਬਾਉਂਡਰੀ ਹੈ। ਠੀਕ ਹੈ, ਉਸ ਦੇ ਨਾਲ ਕਿੰਨੇ ਦੇਸ਼ ਜਿਹੜੇ ਨੇ ਛੂੰਹਦੇ ਨੇ, 7 ਦੇਸ਼ ਸਰਹੱਦਾਂ ਛੂੰਹਦੇ ਨੇ, ਬਾਉਂਡਰੀਜ਼। ਉੱਤਰ ਅਤੇ ਉੱਤਰ ਪੱਛਮੀ ਦਿਸ਼ਾ ਦੇ ਵਿੱਚ ਕਿਹੜੇ ਨੇ, ਪਾਕਿਸਤਾਨ ਹੋ ਗਿਆ। ਪਹਿਲਾਂ 7 ਦੇਸ਼ ਯਾਦ ਕਰ ਲਓ ਕਿਹੜੇ ਕਿਹੜੇ ਨੇ ਜੀ, ਪਾਕਿਸਤਾਨ, ਅਫਗਾਨਿਸਤਾਨ, ਚੀਨ ਹੋ ਗਿਆ, ਨੇਪਾਲ, ਭੂਟਾਨ, ਮਿਆਂਮਾਰ, ਬੰਗਲਾਦੇਸ਼। ਇਹ 7 ਦੇਸ਼ ਨੇ ਜਿਹੜੇ ਭਾਰਤ ਦੇ ਬਾਉਂਡਰੀ ਛੂੰਹਦੇ ਨੇ ਜਾਂ ਉਸਦੇ ਗੁਆਂਢੀ ਦੇਸ਼ ਨੇ, ਯਾਦ ਰੱਖਿਓ। ਠੀਕ ਹੈ, ਮਿਆਂਮਾਰ ਨੂੰ ਬਰਮਾ ਵੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਹੈ ਜੀ ਰਾਜਨੀਤਿਕ ਪ੍ਰਬੰਧ ਦੀ ਗੱਲ ਕਰੀਏ ਤਾਂ ਜੇਕਰ ਆਪਾਂ ਅੱਗੇ ਪੋਲੀਟੀਕਲ ਸੈਟਅਪ ਦੀ ਗੱਲ ਕਰੀਏ ਤਾਂ ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ 562 ਰਜਵਾੜਾ ਸ਼ਾਹੀ ਰਿਆਸਤਾਂ ਅਤੇ 9 ਬਰਤਾਨਵੀ ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ। ਵੈਰੀ ਇੰਪੋਰਟੈਂਟ ਡਾਟਾ ਯਾਦ ਰੱਖਿਓ। ਠੀਕ ਹੈ, ਉਸ ਤੋਂ ਬਾਅਦ 15 ਅਗਸਤ 1947 ਨੂੰ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਇਸ ਦੇ ਵਿੱਚ ਵੱਖ-ਵੱਖ ਸੂਬੇ ਵੰਡੇ ਗਏ। ਠੀਕ ਹੈ, ਬਹੁਤ ਹੀ ਛੋਟਾ ਹਿੱਸਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਹੈ 1953 ਦੇ ਵਿੱਚ। ਠੀਕ ਹੈ, ਸੋ ਉਸ ਤੋਂ ਬਾਅਦ ਹੈ ਕਿ 1953 ਦੇ ਵਿੱਚ ਸੂਬਿਆਂ ਦੇ ਵਿੱਚ ਆਪਸੀ ਜਿਹੜੇ ਹੈ ਸੰਬੰਧ ਕਾਇਮ ਕਰਨ ਦੇ ਲਈ ਜਸਟਿਸ ਫਜ਼ਲ ਅਲੀ ਦੀ ਰਹਿਨੁਮਾਈ ਦੇ ਅਧੀਨ ਇੱਕ ਕਮਿਸ਼ਨ ਆਇਆ ਸੀ, ਜਿਸ ਦਾ ਨਾਮ ਸੀ ਜੀ ਰਾਜ ਪੁਨਰਗਠਨ ਕਮਿਸ਼ਨ। ਯਾਦ ਰੱਖਿਓ ਕਿਹੜਾ ਕਮਿਸ਼ਨ ਹੈ ਜੀ, ਰਾਜ ਪੁਨਰਗਠਨ ਕਮਿਸ਼ਨ। ਇਸ ਦੀ ਸਥਾਪਨਾ ਕੀਤੀ ਗਈ, ਜਿਸ ਨੇ ਸਾਰੇ ਦੇਸ਼ ਨੂੰ ਭਾਸ਼ਾਈ ਆਧਾਰ 'ਤੇ 14 ਰਾਜਾਂ ਅਤੇ 6 ਕੇਂਦਰ ਰਾਜਾਂ ਦੇ ਵਿੱਚ ਵੰਡ ਦਿੱਤਾ ਸੀ। ਠੀਕ ਹੈ, ਕੁਐਸਚਨ ਆ ਸਕਦਾ ਕਿ ਕਿਹੜੇ ਬੇਸ 'ਤੇ ਵੰਡਿਆ ਗਿਆ ਸੀ, ਤਾਂ ਭਾਸ਼ਾਈ ਆਧਾਰ 'ਤੇ ਵੰਡਿਆ ਗਿਆ ਸੀ। ਕਿਹੜੇ ਕਮਿਸ਼ਨ ਦੇ ਅਧੀਨ, ਤਾਂ ਆਪਾਂ ਪੜ੍ਹ ਕੇ ਆਏ ਹਾਂ ਜੀ ਉੱਪਰ, ਰਾਜ ਪੁਨਰਗਠਨ ਕਮਿਸ਼ਨ ਦੇ ਅਧੀਨ 1953 ਦੇ ਵਿੱਚ।
ਠੀਕ ਹੈ। ਇਹ 1953 ਦੇ ਵਿੱਚ ਬਣਿਆ ਸੀ। ਉਸ ਤੋਂ ਬਾਅਦ ਹੈ ਕਿ ਬਾਅਦ ਵਿੱਚ ਇਹਨਾਂ ਦੀ ਵੰਡ ਹੋ ਜਾਣ ਕਾਰਨ ਕਈ ਹੋਰ ਛੋਟੇ ਰਾਜ ਬਣ ਗਏ, ਅਤੇ ਫਿਰ ਜਿਸ ਤਰ੍ਹਾਂ 14 ਰਾਜ ਨੇ, ਠੀਕ ਹੈ, ਫਿਰ ਹੋਰ ਕੱਟ ਕੇ ਬਿਲਕੁਲ ਛੋਟੇ ਛੋਟੇ ਹੋ ਕੇ ਉਹ ਦੇਖੋ ਹੁਣ ਤੁਸੀਂ 28 ਰਾਜ ਜਿਹੜੇ ਨੇ ਟੋਟਲ ਹੋ ਚੁੱਕੇ ਨੇ ਇਸ ਸਮੇਂ, ਠੀਕ ਹੈ। ਉਸ ਤੋਂ ਬਾਅਦ ਹੈ ਕਿ ਸਾਡਾ ਆਪਣਾ ਅੱਜ ਦਾ ਪੰਜਾਬ ਜਿਹੜਾ ਰਾਜ ਕਮਿਸ਼ਨ ਦੀ ਸਿਫਾਰਸ਼ਾਂ ਦੇ ਅਧੀਨ, ਦੇਖੋ ਇਹ ਜਿਹੜਾ ਪੂਰਾ ਪੰਜਾਬ ਹੈ, ਪੂਰਾ ਭਾਰਤ ਹੈ, ਇਹ ਬਣਿਆ ਸੀ ਜੀ ਪੁਨਰਗਠਨ ਕਮਿਸ਼ਨ ਦੇ ਅਕੋਰਡਿੰਗ, ਠੀਕ ਹੈ। ਲੇਕਿਨ ਜੇਕਰ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇਹ ਬਣਿਆ ਜੀ ਸ਼ਾਹ ਕਮਿਸ਼ਨ ਦੀ ਸਿਫਾਰਸ਼ਾਂ ਦੇ ਅਧੀਨ। ਪੰਜਾਬੀ ਜਿਹੜਾ ਕਿਹੜੀ ਭਾਸ਼ਾ ਦਾ ਸੂਬਾ ਹੈ, ਪੰਜਾਬੀ ਭਾਸ਼ਾਈ ਸੂਬਾ ਹੋਣ ਕਰਕੇ 1 ਨਵੰਬਰ 1966 ਨੂੰ ਜਿਹੜਾ ਹੋਂਦ ਦੇ ਵਿੱਚ ਆਇਆ ਸੀ। ਯਾਨੀ ਕਿ ਦੋਨੋਂ ਅਲੱਗ-ਅਲੱਗ ਕਮਿਸ਼ਨਾਂ ਦੇ ਅਧੀਨ ਹੀ ਬਣੇ ਸਨ। ਭਾਰਤ ਅਲੱਗ ਕਮਿਸ਼ਨ ਨਾਲ ਬਣਿਆ ਅਤੇ ਪੰਜਾਬ ਅਲੱਗ ਕਮਿਸ਼ਨ ਨਾਲ ਬਣਿਆ ਹੈ, ਠੀਕ ਹੈ। ਇਸ ਕੈਪੀਟਲ ਟੈਰੀਟਰੀ ਦਾ ਰੁਤਬਾ ਦਿੱਤਾ ਗਿਆ ਹੈ, ਇਹ ਵੀ ਇੰਪੋਰਟੈਂਟ ਹੈ, ਯਾਦ ਰੱਖਿਓ। ਉਸ ਤੋਂ ਬਾਅਦ ਆਪਣੇ ਕੋਲ ਇਹ ਜਿਹੜੀਆਂ ਨੇ ਪੋਪੂਲੇਸ਼ਨ ਦਿੱਤੀਆਂ ਗਈਆਂ ਨੇ ਰਾਜਾਂ ਦੇ ਅਕੋਰਡਿੰਗ, ਕਿ ਭਾਰਤ ਦੀ ਜਿਹੜੀ ਹੈ, ਇੱਕ ਗੱਲ ਹੋਰ ਦੇਖੋ, ਭਾਰਤ ਦੀ ਘਣਤਾ ਕਿੰਨੀ ਹੈ, ਇੱਥੇ ਤੁਸੀਂ ਦੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਹੈ ਕਿ ਭਾਰਤ, ਇੱਕ ਹੋਰ ਇਹ ਡਾਟੇ ਦੇ ਵਿੱਚ ਦੇਖਿਓ ਕਿ ਭਾਰਤ ਦੀ ਸਾਖਰਤਾ ਕਿੰਨੀ ਹੈ, ਯਾਨੀ ਕਿ ਲਿਟਰੇਸੀ ਰੇਟ ਕਿੰਨਾ ਹੈ ਭਾਰਤ ਦਾ, ਤਾਂ ਇਹ ਹੈਗਾ ਜੀ 74.04%। 74% ਜਿਹੜਾ ਭਾਰਤ ਦੀ ਸਾਖਰਤਾ ਹੈ। ਸਾਖਰਤਾ ਮਤਲਬ ਪੜ੍ਹੇ ਲਿਖੇ ਲੋਕ, ਇੱਕ ਤਰ੍ਹਾਂ ਨਾਲ ਐਂ ਕਹਿ ਲਓ ਵੀ ਲਿਟਰੇਸੀ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਜੀ ਸਾਖਰਤਾ ਮਤਲਬ ਵੀ ਲਿਟਰੇਸੀ, ਠੀਕ ਹੈ, ਯਾਨੀ ਕਿ ਪੜ੍ਹੇ ਲਿਖੇ। ਤਾਂ 74.04% ਜਿਹੜੀ ਹੈ ਭਾਰਤ ਦੀ ਸਾਖਰਤਾ ਪ੍ਰਤੀਸ਼ਤ ਜਿਹੜੇ ਦਰਜਾ ਆਪਾਂ ਨੂੰ ਡਾਟਾ ਜਿਹੜਾ ਦੇਖਣ ਨੂੰ ਮਿਲਦਾ ਹੈ। ਤਾਂ ਇਹ ਵੱਖ-ਵੱਖ ਰਾਜਾਂ ਦਾ ਹੈ। ਜੇਕਰ ਇਸ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਇਸ ਦੇ ਵਿੱਚ 20ਵੇਂ ਨੰਬਰ 'ਤੇ ਤੁਸੀਂ ਦੇਖ ਸਕਦੇ ਹੋ। ਇਸ ਦੀ ਰਾਜਧਾਨੀ ਜੀ ਚੰਡੀਗੜ੍ਹ ਹੈ। ਟੋਟਲ ਏਰੀਆ 50,362 ਵਰਗ ਕਿਲੋਮੀਟਰ। ਇਸ ਦੀ ਲਿਟਰੇਸੀ ਰੇਟ ਹੈ ਜੀ 76.68%, ਠੀਕ ਹੈ। ਇਹ ਪੰਜਾਬ ਦਾ ਵੀ ਯਾਦ ਰੱਖਿਓ ਕਿਉਂਕਿ ਪੰਜਾਬ ਵੀ ਪੁੱਛਿਆ ਜਾ ਸਕਦਾ ਹੈ। ਅਤੇ ਇਸ ਦੀ ਘਣਤਾ ਕਿੰਨੀ ਹੈ, 550, ਠੀਕ ਹੈ। ਇਹ ਡਾਟਾ ਜਿਹੜਾ ਬਿਲਕੁਲ ਐਕੂਰੇਟ ਡਾਟਾ ਹੈ, ਇਸ ਨੂੰ ਯਾਦ ਰੱਖਿਓ। ਉਸ ਤੋਂ ਬਾਅਦ ਕੇਂਦਰੀ ਸ਼ਾਸਿਤ ਪ੍ਰਦੇਸ਼ ਦੱਸੇ ਗਏ ਨੇ, ਠੀਕ ਹੈ। ਇਹਨਾਂ ਨੂੰ ਵੈਸੇ ਜ਼ਿਆਦਾ ਪੜ੍ਹਨ ਦੀ ਲੋੜ ਨਹੀਂ, ਲੇਕਿਨ ਫਿਰ ਵੀ ਯਾਦ ਰੱਖਿਓ, ਨਾਮ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਕਲੀਅਰ, ਓਕੇ ਜੀ। ਉਸ ਤੋਂ ਬਾਅਦ ਦੇਸ਼ ਵਿੱਚ ਸੰਸਾਰ ਦੀ ਸਭ ਤੋਂ ਵੱਡੀ ਲੋਕ ਰਾਜ ਗਣਤੰਤਰੀ ਪ੍ਰਣਾਲੀ ਜਿਹੜੀ ਹੈ 26 ਜਨਵਰੀ 1950 ਨੂੰ ਹੋਂਦ ਦੇ ਵਿੱਚ ਆਈ ਸੀ, ਡੈਮੋਕ੍ਰੇਟਿਕ ਰਿਪਬਲਿਕ ਸਿਸਟਮ, ਠੀਕ ਹੈ, ਜਿਸ ਵਿੱਚ ਰਾਸ਼ਟਰਪਤੀ ਦੇਸ਼ ਦਾ ਮੁਖੀ ਹੈ। ਇਹ ਮੈਂ ਤੁਹਾਨੂੰ ਪੋਲਿਟੀ ਦੀ ਕਲਾਸ ਦੇ ਵਿੱਚ ਵੀ ਦੱਸਿਆ ਸੀ ਕਿ ਭਾਰਤ ਦੇਸ਼ ਦਾ ਮੁਖੀ ਕੌਣ ਹੈ ਜੀ, ਰਾਸ਼ਟਰਪਤੀ, ਪ੍ਰੈਜ਼ੀਡੈਂਟ। ਇਸ ਦੀ ਚੋਣ ਹਰੇਕ 5 ਸਾਲਾਂ ਦੇ ਲਈ ਸੰਸਦ ਅਤੇ ਰਾਜਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ। ਉੱਪਰਲਾ ਅਤੇ ਹੇਠਲਾ 2 ਸਦਨ ਹੁੰਦੇ ਨੇ। ਉੱਪਰਲੇ ਸਦਨ ਨੂੰ ਰਾਜ ਸਭਾ ਕਹਿੰਦੇ ਨੇ, ਹੇਠਲੇ ਸਦਨ ਨੂੰ ਲੋਕ ਸਭਾ ਕਹਿੰਦੇ ਨੇ। ਇਹ ਦੋਨੋਂ ਨੂੰ ਮੈਂ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਪੋਲਿਟੀ ਦੀ ਕਲਾਸ ਦੇ ਵਿੱਚ ਸਮਝਾਇਆ ਸੀ, ਠੀਕ ਹੈ। ਉਸ ਤੋਂ ਬਾਅਦ ਜੇ ਹੁਣ ਪੋਪੂਲੇਸ਼ਨ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜਾ ਭਾਰਤ ਹੈ ਦੂਜਾ ਦੇਸ਼ ਹੈ, ਠੀਕ ਹੈ, ਪੋਪੂਲੇਸ਼ਨ ਦੇ ਅਕੋਰਡਿੰਗ, ਜਿਹੜਾ ਕਿ ਪੂਰੀ ਦੁਨੀਆ ਦਾ 14.8% ਹਿੱਸਾ ਸੰਭਾਲ ਰਿਹਾ ਹੈ। ਦੇਖੋ ਤੁਸੀਂ, ਪੂਰੇ ਵਰਲਡ ਦਾ 14.8% ਹਿੱਸਾ ਭਾਰਤ ਦੀ ਪੋਪੂਲੇਸ਼ਨ ਹੈ। ਜੇਕਰ ਭਾਰਤ ਦੀ ਗੱਲ ਕਰੀਏ, ਭਾਰਤ ਦਾ ਲਿੰਗ ਅਨੁਪਾਤ ਕਿੰਨਾ ਹੈ, ਤਾਂ 1000 ਮਰਦਾਂ ਦੇ ਮੁਕਾਬਲੇ ਵਿੱਚ ਕੇਵਲ 940 ਇਸਤਰੀਆਂ ਨੇ। ਭਾਰਤ ਵਿੱਚ ਲਗਭਗ 2 ਕਰੋੜ ਲੋਕ ਹਰੇਕ ਸਾਲ ਵੱਧ ਜਾਂਦੇ ਨੇ, ਜੋ ਕਿ ਆਸਟ੍ਰੇਲੀਆ ਦੀ ਪੂਰੀ ਆਬਾਦੀ ਤੋਂ ਵੀ ਵੱਧ ਨੇ। ਕਿੰਨਾ ਹੈਰਾਨੀਜਨਕ ਗੱਲ ਹੈ ਇਹ, ਦੇਖੋ ਜੀ। ਖੇਤਰੀ ਭਿੰਨਤਾਵਾਂ, ਲਾਸਟ ਪੁਆਇੰਟ ਹੈ ਜੀ, ਖੇਤਰੀ ਭਿੰਨਤਾਵਾਂ ਮਤਲਬ ਕਿ ਰੀਜਨਲ ਡਾਇਵਰਸਿਟੀ, ਠੀਕ ਹੈ। ਭਾਰਤ ਦਾ ਵਿਸ਼ਾਲ ਖੇਤਰ ਹੋਣ ਕਰਕੇ ਇਸ ਦੇ ਵਿੱਚ ਭਿੰਨਤਾਵਾਂ ਵੀ ਨੇ। ਕਿਹੜੀਆਂ ਨੇ? ਸਭ ਤੋਂ ਪਹਿਲਾਂ ਇਸ ਦਾ ਵਿਸ਼ਾਲ ਖੇਤਰ ਹੈ ਜੀ, ਠੀਕ ਹੈ। ਕਿੰਨੇ ਹੀ, ਇੱਕ ਪਾਸੇ ਹਿਮਾਲਿਆ ਹੈ, ਦੂਜੇ ਪਾਸੇ ਹਿੰਦ ਮਹਾਸਾਗਰ ਹੈ, ਹੈ ਨਾ। ਧਰਾਤਲ ਦੀ ਜੇਕਰ ਗੱਲ ਕਰੀਏ, ਭਾਰਤ ਵਿੱਚ ਇੱਕ ਪਾਸੇ ਸੰਸਾਰ ਦੇ ਸਭ ਤੋਂ ਪੁਰਾਤਨ ਪਹਾੜਾਂ ਵਿੱਚੋਂ ਅਰਾਵਲੀ ਪਰਬਤ ਹੈ, ਦੂਜੇ ਪਾਸੇ ਹਿਮਾਲਿਆ ਪਰਬਤ ਹੈ, ਠੀਕ ਹੈ। ਇਸੇ ਤਰ੍ਹਾਂ ਦੱਖਣ ਵਾਲਾ ਸੱਖਤ ਅਤੇ ਪੁਰਾਤਨ ਚਟਾਨਾਂ ਦੀ ਬਣੀ ਹੋਈ ਪ੍ਰਾਦੀਪੀ ਪਠਾਰ ਹੈ। ਉਸ ਤੋਂ ਬਾਅਦ ਹੈ ਕਿ ਗੰਗਾ ਬ੍ਰਹਮਪੁੱਤਰ ਦੇ ਵਿਸ਼ਾਲ ਮੈਦਾਨ ਵੀ ਦੇਖਣ ਨੂੰ ਮਿਲਦੇ ਨੇ। ਜਲਵਾਯੂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਮੱਧ ਵਿੱਚੋਂ ਦੀ ਕਰਕ ਰੇਖਾ ਲੰਘ ਰਹੀ ਹੈ, ਜਿਸ ਦੇ ਉੱਤਰੀ ਭਾਗਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਲਵਾਯੂ ਹੈ, ਸ਼ੀਤ ਊਸ਼ਣ ਕਿਸਮ ਦਾ ਜਲਵਾਯੂ ਹੈ। ਇਸ ਦੇ ਕਈ ਖੇਤਰ ਸਮੁੰਦਰ ਤੋਂ ਜ਼ਿਆਦਾ ਦੂਰ ਹੋਣ ਕਰਕੇ ਮਹਾਂਦੀਪ ਜਲਵਾਯੂ ਦਾ ਅਸਰ ਵੀ ਗ੍ਰਹਿਣ ਕਰ ਜਾਂਦੇ ਨੇ, ਠੀਕ ਹੈ। ਉਸ ਤੋਂ ਬਾਅਦ ਜੇ ਗੱਲ ਕਰੀਏ ਪ੍ਰਵਾਸੀ, ਤਾਂ ਦੇਖੋ ਭਾਰਤ ਦੇ ਵਿੱਚ ਬਹੁਤ ਸਾਰੇ ਲੋਕ ਪ੍ਰਵਾਸੀ ਨੇ, ਠੀਕ ਹੈ। ਵੱਖ-ਵੱਖ ਕਬੀਲੇ, ਜਾਤੀਆਂ, ਧਰਮਾਂ ਦੇ ਲੋਕ ਜਿਹੜੇ ਨੇ ਭਾਰਤ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਜਿਹੜੇ ਕਿ ਜਿਸ ਤਰ੍ਹਾਂ ਕਿ ਸ਼੍ਰੀਲੰਕਾ ਤੋਂ ਵੀ ਕਈ ਲੋਕ ਆ ਕੇ ਵਸੇ ਹੋਏ ਨੇ ਭਾਰਤ ਦੇ ਵਿੱਚ। ਸੱਭਿਆਚਾਰ ਦੀ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰ ਦੇਖਣ ਨੂੰ ਮਿਲਦੇ ਨੇ। ਹਰੇਕ ਧਰਮ ਦਾ ਆਪਣਾ ਰਹਿਣ ਸਹਿਣ, ਆਪਣਾ ਪਹਿਰਾਵਾ ਹੈ, ਠੀਕ ਹੈ। ਦੇਸ਼ ਵਿੱਚ ਲਗਭਗ 187 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚੋਂ ਕੇਵਲ 23 ਭਾਸ਼ਾਵਾਂ ਦੇਸ਼ ਦੇ 97% ਭਾਗ ਦੇ ਵਿੱਚ ਬੋਲੀਆਂ ਜਾਂਦੀਆਂ ਨੇ। ਭਾਰਤੀ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਨੂੰ ਕੌਮੀ ਭਾਸ਼ਾਵਾਂ ਵਜੋਂ ਮਾਨਤਾ ਦਿੱਤੀ ਗਈ ਹੈ, ਠੀਕ ਹੈ। ਲੋਕ ਨਾਚ ਪੱਖੋਂ ਗੱਲ ਕਰੀਏ ਤਾਂ ਕਿੰਨੇ ਤਰ੍ਹਾਂ ਦੇ ਨਾਚ ਜਿਹੜੇ ਨੇ ਦੇਖਣ ਨੂੰ ਮਿਲਦੇ ਨੇ। ਧਰਮ ਮੁਤਾਬਿਕ ਕਿੰਨੇ ਲੋਕ ਹੀ ਦੇਖਣ ਨੂੰ ਮਿਲਦੇ ਨੇ। ਖੇਤੀਬਾੜੀ ਬਾਰੇ ਜੇਕਰ ਗੱਲ ਕਰੀਏ ਤਾਂ ਉਪਜਾਊਪਣ, ਮਸ਼ੀਨੀਕਰਨ, ਕਿੰਨਾ ਕੁਛ ਜਿਹੜਾ ਭਾਰਤ ਦੇ ਵਿੱਚ ਹੋ ਚੁੱਕਿਆ ਹੈ ਅਤੇ ਕਿੰਨਾ ਕੁਛ ਹੋ ਰਿਹਾ ਹੈ। ਓਕੇ, ਯਾਨੀ ਕਿ ਜੇਕਰ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿਹੜਾ ਜਿਸ ਦੇ ਵਿੱਚ ਕਿ ਅਨੇਕਤਾ ਵਿੱਚ ਏਕਤਾ ਦੇਖਣ ਨੂੰ ਮਿਲਦੀ ਹੈ। ਯਾਨੀ ਕਿ ਇਸਦੇ ਕੁਦਰਤੀ ਤੱਤ ਦੀ ਗੱਲ ਕਰੀਏ, ਆਰਥਿਕ ਤੱਤ ਦੀ ਗੱਲ ਕਰੀਏ, ਸਮਾਜਿਕ ਸੱਭਿਆਚਾਰਕ, ਜਿਹੜੇ ਮਰਜ਼ੀ ਪੱਖ ਤੋਂ ਗੱਲ ਕਰ ਲਈਏ ਤਾਂ ਵੱਖ-ਵੱਖ ਹੁੰਦੇ ਹੋਏ ਵੀ ਸਾਰੇ ਜਿਹੜੇ ਨੇ ਇੱਕ ਨੇ,
ठीक है, यानी कि भारत जिहड़ा अनेकता दे विच एकता दा प्रमाण जिहड़ा है कहा जा सकदा है। उस तो बाद जे आपां गल करिए मॉनसूनी रुੱਤ दी तां साडा देश उष्ण मॉनसूनी जलवायु वाला खेती प्रधान देश है। जेकर क्वेश्चन आ के भारत दे विच किस तरह की जलवायु है तो उष्ण मॉनसूनी जलवायु है। ठीक है, जिथे दे रुੱਤਾਂ ਦਾ ਜਿਹੜਾ क्रम है लगभग ਇੱਕੋ ਜਿਹਾ ਹੀ मिलता है। देश की ज़्यादा वर्खा गर्मी की रुੱਤ ਦੇ ਵਿੱਚ ਹੁੰਦੀ है, इसलिए सारे देश की खेतीबाड़ी ਤੇ आर्थिकता मॉनसून पौਣਾ की आमद ਤੇ निर्भर करती है। क्वेश्चन आ सकता है कि ਜਿਹੜਾ भारत देश की खेतीबाड़ी ਉਹ ਕਿਤੇ निर्भर करती है तो वह मॉनसून पौਣਾ ਤੇ ही निर्भर करती है। ठीक है, जेकर मॉनसून पौਣਾ ना आण ਤਾਂ खेतीबाड़ी ਜਿਹੜੀ है ਵਧੀਆ नहीं ਹੁੰਦੀ। जेकर मॉनसून पौਣਾ ਆਪਣੇ सही समय ਤੇ ਆਉਂਦੀਆਂ ਹਨ ਤਾਂ खेतीबाड़ी ਜਿਹੜੀ है ਵਧੀਆ ਹੋ ਜਾਂਦੀ ਹੈ। यानी कि कद ਤੇ डिपेंड करती है तो ये मॉनसून पौਣਾ ਤੇ ही डिपेंड करती है। ओके, धार्मिक संस्कृति की गल करिए तो कई प्रकार के धार्मिक स्थान देखने को मिलते हैं, जिवें कि सिख धर्म मनण वाले हरमंदिर साहिब है। ठीक है, अमृतसर साहिब विखे, इसी तरह हजूर साहिब है नंदेड़ विखे। ठीक है, बाकी बद्रीनाथ अमरनाथ के मंदिर हो गए। ठीक है, जगन्नाथपुरी की पूजा करने के लिए मंदिर हो गए तो हिंदू लोगों के लिए ने। ठीक है, बाकी मुस्लिम लोगों के लिए भी अलग अलग दरगाहां जिहड़ियां ने बनिया हुई ने। तो जेकर आपां धर्म स्थान की गल करिए तो भारत दे विच बहुत ही तरह के जिहड़े ने धर्म स्थान या बहुत प्रकार काफ़ी सारे धर्म स्थान देखने को मिलते हैं। ठीक है, बहुत सारे धार्मिक संत भगत सूफी फकीर जिहड़े ने भारत दे विच होए ने। वख-वख जिहड़े पवित्र जिहड़े ओह ने आपां कह सकते जिवें कि जिहड़े कि धार्मिक ग्रंथ ने। ठीक है, उन्हां दी जिहड़ी रचना वो भी भारत दे विच होई है। भाषा ते लोक कला पक्षों गल करिए तो संस्कृति के पसार दे विच भाषा का बहुत वड्डमुल्ला योगदान हुंदा है। ठीक है, प्राचीन समय दौरान वैदिक काल समय वेदां दे मंत्रां दा उच्चारण केवल इक्को संस्कृत भाषा द्वारा हुंदा सी। कश्मीर तो लैके श्रीलंका तक, राजस्थान तो मणिपुर तक मिलण का मुख्य कारण केवल इक्को एक गल है कि इसकी जिहड़ी भाषा संस्कृत है। ठीक है, बहुत सारे जिहड़े ने वेद ने उन्हां दी रचना भी जिहड़ी है भारत दे विच ही हुई है। मध्यकाल समय दौरान भारत के विशाल खेत्रां दे विच फारसी भाषा का बोलबाला रहा, उस तो बाद उर्दू भाषा ने जन्म लिया। तो यानी कि बहुत सारिया भाषावां जिहड़ियां ने भारत दे विच देखण नूं मिलदियां ने। हिंदी नूं बोलण ते समझण वालियां दी संख्या बहुत ज़्यादा होण करके इसनूं राष्ट्रीय भाषा कहा जाण लग्या। हिंदी भाषा नूं ते जिहड़ी इंग्लिश भाषा है उसनूं भी लिंक भाषा कहा जाता है, यानी कि वो वख-वख इंटरनेशनल लैवल ते जिहड़ी अपने लिंक जोड़दी है। क्लीयर, लोक गथावां दे पक्षों मॉनसून के संबंध में वख-वख स्थानों पर गाए जाने वाले लोक गीत भी इक्को ਜਿਹੇ ही हैं। ठीक है, जिवें कि पंजाब दे विच तीयां हो गईयां, हरियाणे का सावन हो गया, ब्रज का मल्हार हो गया। ठीक है, तो ये वख-वख चीज़ां जिहड़ियां ने देखण नूं मिलदियां ने। संचार के साधन ने स्थान बदली है। ठीक है, मतलब ये वख-वख आपां नूं चीज़ां दस्सियां गईयां ने भारत दे विच बेसिक चीज़ां। उपरोक्त कारणों तो इलावा केंद्र सरकार लोक सेवावां सुरੱਖਿਆ सेवावां दे विच वख-वख भागां दे लोकां नूं नियुक्तियां प्रदान करदी है, जिन्हां नूं सेवा दौरान देश के वख-वख भागां दे विच भेजिया जांदा है। जिवें तुहानूं पता है कि जिहड़ियां गौरमेंट जॉब्स हुंदियां ने। ठीक है, उस दे विच एक स्टेट तो वख-वख स्टेट्स ते भी जिहड़ी है ज्वाइनिंग कराई जाती है जां पोस्टिंग की जाती है। ठीक है, उत्थे वो अलग अलग सभ्याचार देखते हैं, अलग अलग राज्यों का रहन सहन देखते हैं। तो इस तरह देश के अंदर एक संविधान, सुरक्षा बलों का एक मुखी, एक करंसी ते लोकतंत्री प्रणाली आदि ने भी देश के अंदर एकता की लहर नूं जिहड़ा मजबूत किया होया है। तो इस तरह असीं कह सकते हैं कि भारत जिहड़ा अनेकतावां दे विच वसिया होया देश है। तो इस तरह आप कह सकते हैं कि जो भारत है उसके अंदर अनेकतावां होंदे होए भी जिहड़ी एकता देखने को मिलती है, जिथे वख-वख धर्मां दे लोग जिहड़े ने मिल जुल के रहंदे ने। तो ये सीगा जी अज दा चैप्टर, ये पूरा चैप्टर अपना कवर हो चुका है। इस दे विच देखो बेसिक चीज़ां जो हैगियां ने वो मैं तुहानूं डिटेल वाइज दस्सियां ने। बाकी जो मेन चीज़ां रह गई एक दो वो मैं तुहानूं हुणियों मैप्स के थ्रू समझा दिंदी हाँ। ठीक है, आ देखो जी ये हैगे ने जी अपने कोल भारत दे विच गुआंढी देश पाकिस्तान, चीन, नेपाल, भूटान, बंगलादेश, म्यांमार ते श्रीलंका। ये 8 जिहड़े ने भारत के गुआंढी देश ने, इन्हां दे नाम जरूर याद कर लेना। ये भारत की स्थिति है, ये मैं तुहानूं क्लास दे विच भी समझा चुकी हाँ, इसनूं भी तुसीं देख लेना। ये देख सकते हो कि मुख्य मानक रेखा, भारत की मुख्य मानक रेखा 82 डिग्री 30 मिनट पूर्वी दिशांतर है, जिस अनुसार भारत का समा जिहड़ा निर्धारित हुंदा है। कर्क रेखा की जेकर गल करिए वेरी इंपोर्टेंट किहड़ी है जी, कर्क रेखा ये है जी जिहड़ी विचकारों लंघ रही है। ठीक है, अच्छा कर्क रेखा किन्ने राज्यों के विचों होकर लंघदी है, जिवें कि पहला राज ये वाला हो गया है ना, दूजा ये वाला हो गया, तीजा ये वाला हो गया, चौथा, पंजवां, छेवां। तो इस तरह किन्ने राज्यों के विचों कर्क रेखा लंघदी है, तो कर्क रेखा जी 8 राज्यों के विचों लंघदी है। किहड़े-किहड़े राज्यों विचों लंघदी है? गुजरात, राजस्थान, मध्य प्रदेश, छत्तीसगढ़, झारखंड, पश्चिमी बंगाल, त्रिपुरा, मिजोरम। ठीक है, इन्हां 8 राज्यों के विचों कर्क रेखा होकर गुजरती है। वेरी इंपोर्टेंट, इसनूं जरूर याद कर लेना, क्वेश्चन बनेगा ही बनेगा। ठीक है, एक राज जेकर एक राज ऑप्शन दे के पूछा जा सकता है कि इन्हां विचों किहड़ा राज है जिस दे विचों कर्क रेखा नहीं लंघदी।
ठीक है। देखो एग्जाम ਦੇ ਵਿੱਚ ਇੱਕ ਇੱਕ ਮਾਰਕਸ ਇੰਪੋਰਟੈਂਟ ਹੁੰਦਾ ਹੈ। ਆਈ ਨੋ ਕਿ ਤੁਹਾਨੂੰ ਯਾਦ ਕਰਨ ਦੇ ਵਿੱਚ ਪਰੇਸ਼ਾਨੀ ਆ ਸਕਦੀ ਹੈ, ਜਿਵੇਂ ਕਿ ਭਾਰਤ ਦੇ ਗੁਆਂਢੀ ਦੇਸ਼ ਹੋ ਗਏ ਹੈ ਨਾ, ਫਿਰ ਉਸ ਤੋਂ ਬਾਅਦ ਸਾਰਕ ਦੇ ਮੈਂਬਰ ਵੀ ਨੇ, ਫਿਰ ਆਪਣੇ ਕੋਲ ਭਾਰਤ ਦਾ ਜਿਹੜਾ ਖੇਤਰਫਲ ਦੇ ਪੱਖੋਂ ਦੇਸ਼ ਨੇ, ਫਿਰ ਜਨਸੰਖਿਆ ਦੇ ਅਕੋਰਡਿੰਗ ਨੇ, ਫਿਰ ਉਸ ਤੋਂ ਬਾਅਦ ਕਰਕ ਰੇਖਾ ਦੇ ਵਿੱਚ ਰਾਜ ਨੇ, ਠੀਕ ਹੈ। ਲੇਕਿਨ ਜੇਕਰ ਤੁਸੀਂ ਇਸਨੂੰ ਇੱਕ ਕਾਪੀ 'ਤੇ ਆਪਣਾ ਪੁਆਇੰਟ ਟੂ ਪੁਆਇੰਟ ਨੋਟ ਕਰੋਗੇ, ਮੰਨ ਲਓ ਅੱਜ ਤੁਸੀਂ ਗੁਆਂਢੀ ਦੇਸ਼ ਯਾਦ ਕਰ ਲਏ ਹੈ ਨਾ, ਕੱਲ੍ਹ ਤੁਸੀਂ ਕਰਕ ਰੇਖਾ ਦੇ ਰਾਜ ਯਾਦ ਕਰ ਲਏ, ਤਾਂ ਮਤਲਬ ਇੱਕ ਇੱਕ ਕਰਕੇ ਜੇਕਰ ਤੁਸੀਂ ਕਵਰ ਕਰੋਗੇ ਬਹੁਤ ਹੀ ਵਧੀਆ ਤਰੀਕੇ ਨਾਲ ਕਵਰ ਹੋ ਜਾਊਗਾ, ਠੀਕ ਹੈ। ਇੱਦਾਂ ਨਹੀਂ ਹੈਗਾ, ਕੁਛ ਵੀ ਨਾਮੁਮਕਿਨ ਨਹੀਂ ਹੁੰਦਾ ਹੈਗਾ, ਸਿਰਫ ਆਪਣੇ ਸੋਚਣ 'ਤੇ ਹੀ ਡਿਪੈਂਡ ਕਰਦੀ ਹੈ ਇਹ ਚੀਜ਼। ਔਰ ਸੁਜੈਸ਼ਨ ਹੈ ਕਿ ਜੇਕਰ ਤੁਸੀਂ ਇਹ ਯਾਦ ਕਰਨ ਦਾ ਮਟੀਰੀਅਲ ਸੁਬਾਹ ਮੋਰਨਿੰਗ ਟਾਈਮ ਯਾਦ ਕਰੋਗੇ ਤਾਂ ਤੁਹਾਨੂੰ ਹੋਰ ਵੀ ਵਧੀਆ ਤਰੀਕੇ ਨਾਲ ਜਿਹੜਾ ਯਾਦ ਹੋ ਜਾਵੇਗਾ, ਠੀਕ ਹੈ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਸਾਰਾ ਕੁਛ ਇੱਕ ਦਿਨ ਦੇ ਵਿੱਚ ਯਾਦ ਕਰ ਲਓ, ਨਹੀਂ, ਲੇਕਿਨ ਤੁਸੀਂ ਜੇਕਰ ਵੀਡੀਓ ਦੇਖ ਰਹੇ ਹੋ ਤੁਸੀਂ ਉਸਨੂੰ ਕਾਪੀ ਦੇ ਵਿੱਚ ਪ੍ਰੋਪਰ ਨੋਟ ਬਣਾਉਂਦੇ ਰਹੋ, ਠੀਕ ਹੈ। ਨੋਟਸ ਤੁਹਾਨੂੰ ਐਟ ਦੀ ਐਂਡ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਹੈ ਹੈਲਪ ਕਰਨਗੇ। ਉਸ ਦੇ ਵਿੱਚ ਤੁਸੀਂ ਇਹਨਾਂ ਦੇ ਜਿਹੜੇ ਨੋਟਸ ਬਣਾਉਂਦੇ ਰਹੋ, ਨਾਲ ਨਾਲ ਡੇਲੀ ਰਿਵੀਜ਼ਨ ਕਰੋਗੇ, ਨੈਕਸਟ ਚੈਪਟਰ ਕਰਦੇ ਰਹੋ, ਪੁਰਾਣੇ ਦੀ ਰਿਵੀਜ਼ਨ ਕਰਦੇ ਰਹੋ, ਅਗਲਾ ਚੈਪਟਰ ਪੜ੍ਹਦੇ ਰਹੋ, ਪੁਰਾਣੇ ਦੀ ਰਿਵੀਜ਼ਨ ਕਰਦੇ ਰਹੋ। ਐਟ ਦੀ ਐਂਡ ਤੁਸੀਂ ਦੇਖੋਗੇ ਕਿ ਤੁਹਾਡੇ ਕੋਲ ਕਿੰਨਾ ਜ਼ਿਆਦਾ ਮਟੀਰੀਅਲ ਜਿਹੜਾ ਯਾਦ ਹੋ ਜਾਊਗਾ ਤੁਹਾਨੂੰ, ਠੀਕ ਹੈ। ਅਤੇ ਮੈਂ ਕਰਵਾ ਵੀ ਸਿਰਫ ਉਹੀ ਟੋਪਿਕ ਰਹੀ ਹਾਂ ਜਿਹੜੇ ਕਿ ਐਗਜ਼ਾਮ ਓਰੀਐਂਟਡ ਨੇ। ਮੇਰਾ ਇੱਕ ਵੀ ਟੋਪਿਕ ਇਹੋ ਜਿਹਾ ਨਹੀਂ ਹੈਗਾ ਜਿਹੜਾ ਕਿ ਤੁਸੀਂ ਐਂ ਕਹਿ ਲਓ ਵੀ ਐਗਜ਼ਾਮ ਦੇ ਵਿੱਚ ਨਹੀਂ ਆਊਗਾ, ਠੀਕ ਹੈ। ਇਹ ਕਿ ਚਾਹੇ ਮੈਂ ਇੱਕ ਚੈਪਟਰ ਕਰਾਵਾਂ ਲੇਕਿਨ ਮੈਂ ਉਸਨੂੰ ਇਸ ਤਰੀਕੇ ਨਾਲ ਕਰਾਵਾਂ ਕਿ ਉਸ ਦੇ ਵਿੱਚ ਤੁਹਾਡਾ ਅੱਧਾ ਮਾਰਕਸ ਵੀ ਨਾ ਕੱਟੇ, ਠੀਕ ਹੈ। ਤਾਂ ਤੁਹਾਡਾ ਵੀ ਜ਼ਰੂਰ ਇਹ ਬਣਦਾ ਹੈ ਕਿ ਤੁਸੀਂ ਵਧੀਆ ਤਰੀਕੇ ਨਾਲ ਆਪਣੇ ਚੈਪਟਰ ਨੂੰ ਕਵਰ ਕਰੋ, ਠੀਕ ਹੈ। ਇੱਕ ਵਧੀਆ ਤਰੀਕੇ ਨਾਲ ਜਿਹੜਾ ਆਪਣਾ ਪੇਪਰ ਨੂੰ ਕਰੈਕ ਕਰੋ। ਉਸ ਤੋਂ ਬਾਅਦ ਨੇਪਾਲ ਅਤੇ ਭੂਟਾਨ ਦੋ ਅਜਿਹੇ ਸ਼ਹਿਰ ਨੇ ਜੋ ਸਾਗਰ ਨੂੰ ਨਹੀਂ ਛੂੰਹਦੇ। ਸ਼੍ਰੀਲੰਕਾ ਭਾਰਤ ਦਾ ਗੁਆਂਢੀ ਟਾਪੂ ਦੇਸ਼ ਹੈ। ਗਰਮੀਆਂ ਵਿੱਚ ਜੂਨ ਮਹੀਨੇ ਵਿੱਚ ਸੂਰਜ ਦੀਆਂ ਕਿਰਨਾਂ ਜਿਹੜੀਆਂ ਨੇ ਭਾਰਤ ਦੇ ਵਿੱਚ ਸਿੱਧੀਆਂ ਪੈਂਦੀਆਂ ਨੇ। ਇਹ ਬੇਸਿਕ ਚੀਜ਼ਾਂ ਨੇ, ਇਹ ਤੁਸੀਂ ਜ਼ਰੂਰ ਜਿਹੜਾ ਯਾਦ ਕਰ ਲੈਣਾ, ਓਕੇ ਜੀ। ਬਾਕੀ ਇਹ ਪੂਰਾ PDF ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਾ ਦੇਵਾਂਗੀ, ਤੁਸੀਂ ਉੱਥੇ ਜਾ ਕੇ ਜਿਹੜਾ ਇਸਨੂੰ ਡਾਊਨਲੋਡ ਕਰ ਸਕਦੇ ਹੋ। ਨੋਟਸ ਜ਼ਰੂਰ ਬਣਾਇਓ, ਨਾਲ ਹੀ ਜੇਕਰ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਤੋਂ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜਦੋਂ ਹੀ ਕੋਈ ਨਵੀਂ ਇਨਫੋਰਮੇਸ਼ਨ ਆਉਂਦੀ ਹੈ ਜਾਂ ਨਵੀਂ ਵੀਡੀਓ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਿਹੜਾ ਹੈ ਤੁਹਾਡੇ ਤੱਕ ਪਹੁੰਚ ਸਕੇ। ਤਾਂ ਇਸ ਕਰਕੇ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਤਾਂ ਇਸ ਚੈਪਟਰ ਦੇ MCQ ਸਭ ਤੋਂ ਪਹਿਲਾ ਕੁਐਸਚਨ ਹੈ ਜੀ, ਭਾਰਤ ਦੇ ਦੱਖਣ ਦੇ ਵਿੱਚ ਕਿਹੜਾ ਮਹਾਸਾਗਰ ਹੈ? ਤਾਂ ਮੈਂ ਤੁਹਾਨੂੰ ਮੈਪ ਦੇ ਥਰੂ ਦੱਸਿਆ ਸੀ ਜੀ ਕਿਹੜਾ ਮਹਾਸਾਗਰ ਹੈ। ਆਪਸ਼ਨ A ਹੈ ਅੰਧ ਮਹਾਸਾਗਰ, ਪ੍ਰਸ਼ਾਂਤ ਮਹਾਸਾਗਰ, ਆਰਕਟਿਕ ਮਹਾਸਾਗਰ ਜਾਂ ਫਿਰ ਹਿੰਦ ਮਹਾਸਾਗਰ। ਤਾਂ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ D, ਹਿੰਦ ਮਹਾਸਾਗਰ, ਠੀਕ ਹੈ। ਭਾਰਤ ਦੇ ਦੱਖਣ ਦੇ ਵਿੱਚ ਕਿਹੜਾ ਮਹਾਸਾਗਰ ਹੈ ਜੀ? ਹਿੰਦ ਮਹਾਸਾਗਰ ਹੈ। ਸੈਕਿੰਡ ਕੁਐਸਚਨ ਹੈ ਜੀ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ? ਆਪਸ਼ਨ ਹੈ ਜੀ ਚੀਨ, ਅਮਰੀਕਾ, ਕੈਨੇਡਾ, ਭਾਰਤ। ਤਾਂ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਕਿਹੜਾ ਰਾਈਟ ਆਨਸਰ ਹੈ ਜੀ? ਇਸ ਦਾ ਤੁਸੀਂ ਮੈਨੂੰ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ, ਕੁਐਸਚਨ ਨੰਬਰ ਦੂਜੇ ਦਾ ਆਨਸਰ, ਠੀਕ ਹੈ। ਰਾਈਟ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਹੈ। ਥਰਡ ਕੁਐਸਚਨ ਹੈ ਜੀ, ਇੱਕ ਧਾਰਨਾ ਦੇ ਅਨੁਸਾਰ ਭਾਰਤ ਦਾ ਨਾਮ ਭਰਤ ਨਾਮੀ ਰਾਜੇ ਦੇ ਨਾਮ ਤੋਂ ਪਿਆ ਹੈ, ਜਿਸ ਦਾ ਵਰਣਨ ਕਿੱਥੇ ਹੋਇਆ ਹੈ ਜੀ? ਤਾਂ ਇਹ ਹੋਇਆ ਜੀ ਰਿਗਵੇਦ ਦੇ ਵਿੱਚ। ਆਪਸ਼ਨ ਨੰਬਰ D ਇਸ ਦਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ ਕੁਐਸਚਨ ਨੰਬਰ 4th, ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵਿੱਚ ਸਥਿਤ ਹੈ, ਇਸ ਕਾਰਨ ਇਸ ਨੂੰ ਹੋਰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਹੈ? ਤਾਂ ਇਸ ਨੂੰ ਜਿਹੜਾ ਦੱਖਣੀ ਏਸ਼ੀਆ ਵੀ ਕਿਹਾ ਜਾਂਦਾ ਹੈ। ਆਪਸ਼ਨ ਨੰਬਰ B ਇਸ ਦਾ ਸਹੀ ਆਨਸਰ ਹੈ ਬਿਲਕੁਲ। ਕੁਐਸਚਨ ਨੰਬਰ 5ਵਾਂ ਹੈ ਜੀ, ਕਿਹੜੀ ਨਹਿਰ ਦੇ ਖੁੱਲ੍ਹਣ ਕਾਰਨ ਕੁਐਸਚਨ ਨੰਬਰ 5th ਹੈ ਜੀ, ਕਿਹੜੀ ਨਹਿਰ ਦੇ ਖੁੱਲ੍ਹਣ ਕਾਰਨ ਭਾਰਤ ਨੂੰ ਪੱਛਮੀ ਯੂਰਪ ਦੇ ਨਾਲ ਵਪਾਰ ਵਿੱਚ ਆਸਾਨੀ ਹੋਈ ਹੈ? ਵੈਰੀ ਇੰਪੋਰਟੈਂਟ ਕੁਐਸਚਨ। ਕਿਹੜੀ ਨਹਿਰ ਸੀ ਜੀ? ਉਹ ਹੈਗੀ ਸੀ ਜੀ ਸੁਏਜ਼ ਨਹਿਰ। ਆਪਸ਼ਨ ਨੰਬਰ D ਇਸ ਦਾ ਸਹੀ ਆਨਸਰ ਹੈ। ਨੈਕਸਟ ਕੁਐਸਚਨ ਹੈ ਜੀ, ਮਹਾਨ ਹਿਮਾਲਿਆ ਭਾਰਤ ਦੇ ਕਿਸ ਪਾਸੇ ਸਥਿਤ ਹੈ? ਤਾਂ ਮਹਾਨ ਹਿਮਾਲਿਆ ਜਿਹੜਾ ਭਾਰਤ ਦੇ ਉੱਤਰ ਦੇ ਵਿੱਚ ਸਥਿਤ ਹੈ, ਉੱਪਰਲੀ ਸਾਈਡ, ਠੀਕ ਹੈ, ਉੱਤਰ ਦੇ ਵਿੱਚ ਸਥਿਤ ਹੈ। ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 8ਵਾਂ, ਖੇਤਰਫਲ ਦੇ ਹਿਸਾਬ ਨਾਲ ਭਾਰਤ ਸੰਸਾਰ ਵਿੱਚ ਕਿੰਨਵੇਂ ਨੰਬਰ 'ਤੇ ਹੈ? ਠੀਕ ਹੈ, ਅਕੋਰਡਿੰਗ ਟੂ ਪੋਪੂਲੇਸ਼ਨ ਭਾਰਤ ਕਿੰਨਵੇਂ ਸਥਾਨ 'ਤੇ ਹੈ ਜੀ? 7ਵੇਂ ਸਥਾਨ 'ਤੇ ਹੈ। ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਨੰਬਰ 9ਵਾਂ, ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ ਕਿੰਨੀਆਂ ਰਿਆਸਤਾਂ ਸਨ? ਵੈਰੀ ਇੰਪੋਰਟੈਂਟ ਕੁਐਸਚਨ। ਕਿੰਨੀਆਂ ਰਿਆਸਤਾਂ ਸਨ ਜੀ? ਬਹੁਤ ਸਾਰੇ ਕੈਂਡੀਡੇਟਸ ਇਹਨਾਂ ਦੋ ਆਪਸ਼ਨਾਂ ਦੇ ਵਿੱਚ ਕਨਫਿਊਜ਼ ਹੋਣ। ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ C 562। ਆਜ਼ਾਦੀ ਤੋਂ ਪਹਿਲਾਂ ਭਾਰਤ ਦੇ ਵਿੱਚ ਕਿੰਨੀਆਂ ਰਿਆਸਤਾਂ ਸਨ? ਤਾਂ 562 ਰਿਆਸਤਾਂ ਸਨ। ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 10ਵਾਂ, 1 ਨਵੰਬਰ 1966 ਨੂੰ ਜਿਹੜਾ ਅਜੋਕਾ ਪੰਜਾਬ ਹੈ, ਅੱਜ ਦਾ ਪੰਜਾਬ ਹੈ, ਉਹ ਕਿਸ ਆਧਾਰ 'ਤੇ ਹੋਂਦ ਵਿੱਚ ਆਇਆ ਸੀ? ਜਿਹੜਾ ਆਪਣਾ ਪੰਜਾਬ ਹੈ ਉਹ ਕਿਹੜੇ ਬੇਸ 'ਤੇ ਜਿਹੜਾ ਪੰਜਾਬ ਬਣਿਆ ਸੀ? ਤਾਂ ਇਹ ਬਣਿਆ ਸੀ ਜੀ ਭਾਸ਼ਾ ਦੇ ਆਧਾਰ 'ਤੇ, ਠੀਕ ਹੈ। ਜਿਹੜਾ ਪੰਜਾਬ ਦਾ ਖੇਤਰ ਹੈ ਉਹ ਪੰਜਾਬੀ ਭਾਸ਼ਾ ਬੋਲਦਾ ਸੀ, ਤਾਂ ਭਾਸ਼ਾ ਦੇ ਆਧਾਰ 'ਤੇ ਹੀ ਇਸ ਨੂੰ ਜਿਹੜਾ ਪੰਜਾਬ ਬਣਾਇਆ ਗਿਆ। ਕਦੋਂ ਹੋਂਦ ਦੇ ਵਿੱਚ ਆਇਆ ਸੀ ਜੀ? 1 ਨਵੰਬਰ 1966 ਨੂੰ। ਤਾਂ ਹੀ 1 ਨਵੰਬਰ ਨੂੰ ਜਿਹੜਾ ਪੰਜਾਬ ਡੇ ਮਨਾਇਆ ਜਾਂਦਾ ਹੈ। ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ। ਕੁਐਸਚਨ ਨੰਬਰ 11ਵਾਂ ਹੈ ਜੀ, ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ? ਤਾਂ ਭਾਰਤ ਦਾ ਸਭ ਤੋਂ ਵੱਡਾ ਰਾਜ ਹੈਗਾ ਜੀ ਆਪਸ਼ਨ ਨੰਬਰ D ਰਾਜਸਥਾਨ, ਠੀਕ ਹੈ। ਲਗਭਗ 3,42,239 ਵਰਗ ਕਿਲੋਮੀਟਰ।
ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲ, ਲੋਕ ਸਭਾ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਤਾਂ ਲੋਕ ਸਭਾ ਨੂੰ ਹੇਠਲਾ ਸਦਨ ਵੀ ਕਿਹਾ ਜਾਂਦਾ ਹੈ ਤੇ ਰਾਜ ਸਭਾ ਨੂੰ ਉੱਪਰਲਾ ਸਦਨ ਕਿਹਾ ਜਾਂਦਾ ਹੈ। ਓਕੇ, ਤੇ ਲਾਸਟ ਕੁਐਸਚਨ ਹੈ ਜੀ ਅੱਜ ਦੀ ਇਸ ਵੀਡੀਓ ਦਾ, ਉਹ ਹੈਗਾ ਜੀ ਕਿ ਤੁਸੀਂ ਭਾਰਤ ਦੇ ਵਿੱਚ ਲਿੰਗ ਅਨੁਪਾਤ ਪਤਾ ਕਰਨਾ ਹੈ ਤਾਂ ਕਿਹੜਾ ਫਾਰਮੂਲਾ ਜਿਹੜਾ ਚੁਣਿਆ ਜਾਵੇਗਾ? ਤਾਂ ਭਾਰਤ ਦੇ ਲਈ ਚੁਣਿਆ ਜਾਏਗਾ ਜੀ 1000 ਮਰਦਾਂ ਪਿੱਛੇ ਔਰਤਾਂ ਦੀ ਸੰਖਿਆ। ਤਾਂ ਇਹਦੇ ਲਈ ਕਿਹੜਾ ਫਾਰਮੂਲਾ ਵਰਤਿਆ ਜਾਏਗਾ ਜੀ? 1000 ਮਰਦਾਂ ਪਿੱਛੇ ਔਰਤਾਂ ਦੀ ਸੰਖਿਆ। ਤੇ ਭਾਰਤ ਦੀ ਕਿੰਨੀ ਹੈ ਜੀ? 1000 ਤੇ 940। ਠੀਕ ਹੈ, ਇਹ ਲਿੰਗ ਅਨੁਪਾਤ ਜਿਹੜਾ ਹੈ ਉਹ ਭਾਰਤ ਦਾ ਇਸ ਸਮੇਂ ਹੈਗਾ ਹੈ। ਠੀਕ ਹੈ, ਤਾਂ ਇਹ ਸੀਗੇ ਜੀ ਅੱਜ ਦੇ MCQ। ਆਈ ਹੋਪ ਤੁਹਾਨੂੰ ਜਿਹੜੀ ਹੈ ਵੀਡੀਓ ਵਧੀਆ ਲੱਗਿਆ। ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਨਾ। ਠੀਕ ਹੈ, ਬਾਕੀ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਡਾਊਟ ਹੋਵੇ ਬੇਝਿਜਕ ਹੋ ਕੇ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਫਰਜ਼ ਸਮਝਦੇ ਹੋਏ ਜਿੰਨੇ ਵੀ ਕੈਂਡੀਡੇਟਸ ETT 994 ਦੀ ਤਿਆਰੀ ਕਰ ਰਹੇ ਨੇ, ਆਪਣੇ ਦੋਸਤ ਮਿੱਤਰ ਜੋ ਵੀ ਨੇ, ਠੀਕ ਹੈ, ਉਹਨਾਂ ਨਾਲ ਜ਼ਰੂਰ ਇਸ ਵੀਡੀਓ ਦਾ ਲਿੰਕ ਜਿਹੜਾ ਸ਼ੇਅਰ ਜ਼ਰੂਰ ਕਰਨਾ। ਤਾਂ ਆਪਾਂ ਹਾਜ਼ਰ ਹੋਵਾਂਗੇ ਜੀ ਨੈਕਸਟ ਵੀਡੀਓ ਲੈ ਕੇ ਜਿਓਗ੍ਰਾਫੀ ਦੀ। ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ। ਥੈਂਕ ਯੂ।